ਪਿਆਰੇ ਵਿਦਿਆਰਥੀਓ, ਅੱਜ ਦੀ ਵੀਡੀਓ ਵਿੱਚ ਆਪਾਂ ਵਿਭਾਗ ਵੱਲੋਂ ਭੇਜੇ ਟਰਮ 2 ਦੇ ਮੈਥ ਦੇ ਸੈਂਪਲ ਪੇਪਰ ਨੂੰ ਹੱਲ ਕਰਾਂਗੇ। ਸੋ ਮੈਥ ਦੇ ਟੋਟਲ ਆਪਣੇ ਕੋਲ 16 ਚੈਪਟਰਸ ਹਨ ਅਤੇ ਟਰਮ 2 ਦੇ ਵਿੱਚ 7 ਚੈਪਟਰ ਦੇ ਵਿੱਚੋਂ ਪੇਪਰ ਆ ਰਿਹਾ ਹੈ ਅਤੇ ਉਹ ਕਿਹੜੇ ਚੈਪਟਰਸ ਹਨ ਅਤੇ ਹਰੇਕ ਚੈਪਟਰ ਦੇ ਵਿੱਚੋਂ ਕਿੰਨੇ ਨੰਬਰ ਦਾ ਪੇਪਰ ਆ ਰਿਹਾ ਹੈ, ਇਸ ਨੂੰ ਤੁਹਾਨੂੰ ਸਕਰੀਨ ਦੇ ਉੱਪਰ ਨਜ਼ਰ ਆ ਰਿਹਾ ਹੈ ਜੀ। ਟੋਟਲ ਆਪਣੇ ਕੋਲ 7 ਚੈਪਟਰ ਹਨ ਅਤੇ ਪੂਰੇ ਪੇਪਰ ਦਾ ਜੋ ਪੈਟਰਨ ਹੈ ਤੁਹਾਨੂੰ ਨਜ਼ਰ ਆ ਰਿਹਾ ਹੈ। ਟੋਟਲ ਆਪਣੇ ਕੋਲ 40 ਨੰਬਰ ਦਾ ਪੇਪਰ ਹੋਏਗਾ। 2 ਅੰਕਾਂ ਵਾਲੇ 4 ਸਵਾਲ ਆਉਣਗੇ, 4 ਅੰਕਾਂ ਵਾਲੇ 5 ਸਵਾਲ ਆਉਣਗੇ ਅਤੇ 6 ਅੰਕਾਂ ਵਾਲੇ 2 ਸਵਾਲ ਆਉਣਗੇ। ਅਤੇ ਕਿਹੜੇ ਚੈਪਟਰ ਦੇ ਵਿੱਚੋਂ ਕਿੰਨਾ ਪੇਪਰ ਆਏਗਾ ਉਹ ਵੀ ਤੁਹਾਨੂੰ ਨਜ਼ਰ ਆ ਰਿਹਾ ਹੈ ਕੁੱਲ ਅੰਕ ਦੇ ਵਿੱਚ, ਕਿ ਕਿਹੜੇ ਚੈਪਟਰ ਦੇ ਵਿੱਚੋਂ ਕਿੰਨੇ ਨੰਬਰ ਦਾ ਪੇਪਰ ਆ ਰਿਹਾ ਹੈ। ਅਤੇ ਆਹ ਹੁਣ ਆਪਾਂ ਇੱਕ ਕਰਕੇ ਜੋ ਵਿਭਾਗ ਵੱਲੋਂ ਸੈਂਪਲ ਪੇਪਰ ਭੇਜਿਆ ਹੈ ਉਸਦੇ ਸਾਰੇ ਹੀ ਕੁਐਸਚਨਸ ਨੂੰ ਇੱਕ ਕਰਕੇ ਕਰਦੇ ਹਾਂ ਜੀ। ਸੋ ਅੱਜ ਦੀ ਵੀਡੀਓ ਵਿੱਚ ਆਪਾਂ ਮਾਡਲ ਪ੍ਰਸ਼ਨ ਪੱਤਰ ਹੱਲ ਕਰਨ ਜਾ ਰਹੇ ਹਾਂ ਟਰਮ 2 ਦਾ, ਉਹ ਤੁਹਾਨੂੰ ਨਜ਼ਰ ਆ ਰਿਹਾ ਹੈ ਸਕਰੀਨ ਦੇ ਉੱਪਰ। ਇਸ ਦੇ ਸਾਰੇ ਹੀ ਕੁਐਸਚਨਸ ਨੂੰ ਆਪਾਂ ਇੱਕ ਕਰਕੇ ਸੋਲਵ ਕਰਾਂਗੇ ਜੀ। ਅਤੇ ਇਸ ਦਾ ਪਹਿਲਾਂ ਆਪਾਂ ਪੈਟਰਨ ਪਹਿਲਾਂ ਹੀ ਜਾਣ ਚੁੱਕੇ ਹਾਂ ਕਿ ਕਿਹੜੇ ਚੈਪਟਰ ਵਿੱਚੋਂ ਕਿੰਨੇ ਨੰਬਰ ਦਾ ਪੇਪਰ ਆ ਰਿਹਾ ਹੈ। ਟੋਟਲ ਆਪਣੇ ਕੋਲ 11 ਕੁਐਸਚਨ ਆ ਰਹੇ ਹਨ ਅਤੇ ਇਹ 11 ਦੇ 11 ਕੁਐਸਚਨਸ ਨੂੰ ਆਪਾਂ ਸੋਲਵ ਕਰਾਂਗੇ। ਕਈ ਕੁਐਸਚਨ ਦੇ ਵਿੱਚ ਥੋੜ੍ਹਾ ਜਾਂ ਹੈ ਔਰ ਵਾਲੇ ਕੁਐਸਚਨਸ ਵੀ ਹਨ, ਅਤੇ ਪਰ ਆਪਾਂ ਇਸ ਵੀਡੀਓ ਵਿੱਚ ਸਾਰੇ ਹੀ ਕੁਐਸਚਨ ਔਰ ਵਾਲੇ ਕੁਐਸਚਨਸ ਨੂੰ ਵੀ ਆਪਾਂ ਇਸ ਵੀਡੀਓ ਦੇ ਵਿੱਚ ਸੋਲਵ ਕਰਾਂਗੇ, ਹੱਲ ਕਰਾਂਗੇ। ਅਤੇ ਆਓ ਹੁਣ ਆਪਾਂ ਇੱਕ ਕਰਕੇ ਸਾਰੇ ਹੀ ਕੁਐਸਚਨਸ ਨੂੰ ਸੋਲਵ ਕਰਦੇ ਹਾਂ ਜੀ। ਦੋ ਸੰਖਿਆਵਾਂ ਦਾ ਅਨੁਪਾਤ ਆਪਾਂ ਨੂੰ ਦਿੱਤਾ ਹੋਇਆ ਹੈ 2:5, ਅਤੇ ਜੇਕਰ ਉਹਨਾਂ ਦਾ ਅੰਤਰ, ਉਹ ਦੋ ਸੰਖਿਆਵਾਂ ਦਾ ਜੋ ਅੰਤਰ ਹੈ ਉਹ 66 ਦੇ ਇਕੁਅਲ ਹੋਵੇ ਤਾਂ ਉਹ ਦੋ ਸੰਖਿਆਵਾਂ ਕਿਹੜੀਆਂ ਹੋਣਗੀਆਂ ਆਪਾਂ ਪਤਾ ਕਰਨੀਆਂ ਹਨ। ਅਤੇ ਇਸ ਤੋਂ ਇੰਗਲਿਸ਼ ਵਿੱਚ ਸਟੇਟਮੈਂਟ ਇਸ ਤਰ੍ਹਾਂ ਹੈ ਜੀ, 2 numbers are in the ratio 2:5 if they differ by 66 then what are the 2 numbers। ਅਤੇ ਆਪਾਂ ਦੋ ਸੰਖਿਆਵਾਂ ਪਤਾ ਕਰਨੀਆਂ ਹਨ, ਉਹਨਾਂ ਦਾ ਸਟੂਡੈਂਟ ਆਪਾਂ ਨੂੰ ਅਨੁਪਾਤ ਦਿੱਤਾ ਹੋਇਆ ਹੈ ਅਤੇ ਉਹਨਾਂ ਦਾ ਆਪਾਂ ਨੂੰ ਅੰਤਰ ਦਿੱਤਾ ਹੋਇਆ ਹੈ। ਸੋ ਹੁਣ ਜੋ ਨੰਬਰਸ ਆਪਾਂ ਨੂੰ ਅਨੁਪਾਤ ਵਿੱਚ ਦਿੱਤੇ ਹੋਏ ਹਨ, ਇਹਨਾਂ ਨੂੰ ਹਟਾ ਕੇ, ਅਨੁਪਾਤ ਨੂੰ ਹਟਾ ਕੇ ਆਪਾਂ ਇਸ ਨੂੰ ਇੱਕ ਸਾਂਝੇ ਗੁਣਨ ਦੇ ਨਾਲ ਮਲਟੀਪਲਾਈ ਕਰ ਦੇਣਾ ਹੈ ਕਾਮਨ ਫੈਕਟਰ ਦੇ ਨਾਲ। ਅਤੇ ਕਾਮਨ ਫੈਕਟਰ ਆਪਾਂ ਲੈ ਲੈਣੇ ਹਨ ਐਕਸ। ਇਟ ਮੀਨ ਆਪਾਂ ਦੋਨੋਂ ਹੀ ਨੰਬਰਸ ਨੂੰ ਐਕਸ ਨਾਲ ਮਲਟੀਪਲਾਈ ਕਰ ਦੇਣਾ ਹੈ ਅਤੇ ਉਹ ਆਪਣੇ ਕੋਲ ਅਨੁਪਾਤ ਹਟ ਜਾਏਗਾ ਅਤੇ ਦੋਨੋਂ ਹੀ ਜੋ ਸੰਖਿਆਵਾਂ ਹਨ ਉਹ ਨੰਬਰਸ ਆਪਣੇ ਕੋਲ ਆ ਜਾਣਗੇ। ਹੁਣ ਦੇਖੋ ਪਹਿਲਾਂ 2:5 ਹੈ, ਪਹਿਲਾ ਨੰਬਰ ਆਪਣੇ ਕੋਲ ਆ ਜਾਏਗਾ 2x। ਹੁਣ ਅਨੁਪਾਤ ਹਟਾ ਕੇ ਇੱਥੇ ਲਗਾ ਦੇਣਾ ਹੈ ਕੌਮਾ, ਅਤੇ ਦੂਸਰਾ ਜੋ ਨੰਬਰ ਹੈ ਉਸ ਨੂੰ ਆਪਣੇ ਕੋਲ ਆ ਜਾਏਗਾ 5x। ਇੱਥੇ x ਆਪਣੇ ਕੋਲ ਕੀ ਹੈ ਜੀ, ਸਾਂਝਾ ਗੁਣਜ ਹੈ, ਜਾਂ ਉਸ ਨੂੰ ਇੰਗਲਿਸ਼ ਵਿੱਚ ਕਹਿ ਦਿੰਦੇ ਹਨ ਕਾਮਨ ਫੈਕਟਰ। ਹੁਣ ਦੋਨੋਂ ਹੀ ਜੋ ਨੰਬਰਸ ਹਨ ਇਹਨਾਂ ਵਿੱਚ ਆਪਾਂ ਨੂੰ ਨਜ਼ਰ ਆ ਰਿਹਾ ਕਿ ਜੋ 5x ਹੈ ਉਹ ਵੱਡਾ ਨੰਬਰ ਹੋਏਗਾ ਅਤੇ 2x ਛੋਟਾ ਨੰਬਰ ਹੋਏਗਾ। ਅਤੇ ਇਹਨਾਂ ਦਾ ਦੇਖੋ ਅੰਤਰ ਆਪਾਂ ਨੂੰ ਦਿੱਤਾ ਹੋਇਆ ਹੈ, ਡਿਫਰੈਂਸ ਦਿੱਤਾ ਹੋਇਆ ਹੈ 66 ਦੇ ਇਕੁਅਲ। ਇਟ ਮੀਨ ਜੇਕਰ ਆਪਾਂ 5x ਵੱਡੇ ਨੰਬਰ ਦੇ ਵਿੱਚੋਂ ਛੋਟੇ ਨੰਬਰ ਨੂੰ ਆਪਾਂ ਘਟਾ ਦਿੰਦੇ ਹਨ, ਮਾਈਨਸ ਕਰ ਦਿੰਦੇ ਹਨ, ਅਤੇ ਆਪਣੇ ਕੋਲ ਆਨਸਰ ਕਿੰਨਾ ਆਏਗਾ, 66 ਦੇ ਇਕੁਅਲ ਆਏਗਾ। ਹੁਣ 5x ਦੇ ਵਿੱਚੋਂ ਹੁਣ 2x ਨੂੰ ਘਟਾਵਾਂਗੇ ਤਾਂ ਆਪਣੇ ਕੋਲ ਆ ਜਾਏਗਾ 3x। 3x ਕਿਸ ਦੇ ਬਰਾਬਰ ਆ ਜਾਏਗਾ, 66 ਦੇ। ਅਤੇ ਇੱਥੋਂ ਹੁਣ ਆਪਾਂ x ਕਿਸ ਤਰ੍ਹਾਂ ਪਤਾ ਕਰਨਾ ਹੈ, 66/3 ਕਰ ਦੇਣਾ ਹੈ, 66 ਨੂੰ 3 ਦੇ ਨਾਲ ਭਾਗ ਕਰ ਦੇਣਾ ਹੈ। ਅਤੇ ਇਹ ਦੇਖੋ ਇਸ ਦੀ ਕਟਿੰਗ ਹੋ ਰਹੀ ਹੈ ਜੀ 3 ਦੇ ਪਹਾੜੇ ਵਿੱਚ, 3 ਦੂਣੀ 6, 3 ਦੂਣੀ 6, ਇਹ 22 'ਤੇ ਕੱਟਿਆ ਜਾਏਗਾ ਸਟੂਡੈਂਟ ਆਪਣੇ ਕੋਲ। ਅਤੇ ਇਟ ਮੀਨ x ਕਿਸ ਦੇ ਇਕੁਅਲ ਟੂ ਆ ਜਾਏਗਾ, ਆਪਣੇ ਕੋਲ 22 ਦੇ ਇਕੁਅਲ ਆ ਗਿਆ ਹੈ ਸਟੂਡੈਂਟ। ਅਤੇ ਹੁਣ ਆਪਾਂ ਪਤਾ ਕੀ ਕਰਨਾ ਹੈ, ਦੋਨੋਂ ਹੀ ਨੰਬਰਸ, ਦੋ ਨੰਬਰਸ ਪਤਾ ਕਰਨੇ ਹਨ, ਸੰਖਿਆਵਾਂ ਪਤਾ ਕਰਨੀਆਂ ਹਨ। ਦੇਖੋ ਹੁਣ ਪਹਿਲੀ ਸੰਖਿਆ ਆਪਣੇ ਕੋਲ ਕਿਹੜੀ ਹੈ ਸਟੂਡੈਂਟ, 2x, ਅਤੇ ਦੂਸਰੀ ਸੰਖਿਆ ਆਪਣੇ ਕੋਲ ਹੈ ਜੀ 5x। ਇਹ ਹੁਣ ਦੇਖੋ ਪਹਿਲੀ ਸੰਖਿਆ ਆਪਣੇ ਕੋਲ ਕਿੰਨੀ ਹੈ ਜੀ, 2x। ਆਪਾਂ 2 ਦੇ ਨਾਲ x ਨੂੰ ਗੁਣਾ ਕੀਤਾ ਹੈ ਅਤੇ x ਆਪਾਂ ਫਾਈਂਡ ਆਊਟ ਕੀਤਾ, ਦੇਖੋ ਨੀਚੇ 22, ਅਤੇ ਇਟ ਮੀਨ ਆਪਾਂ 2 ਦੇ ਨਾਲ ਕੀ ਕਰਨਾ ਹੈ, 22 ਨੂੰ ਗੁਣਾ ਕਰ ਦੇਣਾ ਹੈ ਜੀ। 2 ਦੇ ਨਾਲ 22 ਨੂੰ ਗੁਣਾ ਕਰਾਂਗੇ, ਇਸ ਨੂੰ ਕਿੰਨਾ ਆਏਗਾ, 44। ਇਟ ਮੀਨ ਪਹਿਲਾ ਨੰਬਰ ਆਪਣੇ ਕੋਲ ਕੀ ਆ ਗਿਆ ਹੈ, 44, 44 ਆ ਗਿਆ ਹੈ। ਦੂਸਰਾ ਨੰਬਰ ਸਟੂਡੈਂਟ ਆਪਣੇ ਕੋਲ ਕਿੰਨਾ ਹੈ ਜੀ, 5x। ਹੁਣ 5 ਨੂੰ ਵੀ ਆਪਾਂ ਕੀ ਕਰਨਾ ਹੈ, 22 ਦੇ ਨਾਲ ਗੁਣਾ ਕਰ ਦੇਣਾ ਹੈ, ਕਿਉਂਕਿ x ਦਾ ਮੁੱਲ 22 ਆਪਾਂ ਕੱਢਿਆ ਹੈ। 5 ਗੁਣਾ 22, ਅਤੇ ਇਟ ਮੀਨ 5 ਨੂੰ 22 ਦੇ ਨਾਲ ਗੁਣਾ ਕਰਾਂਗੇ ਅਤੇ ਇਸ ਨੂੰ ਆਪਣੇ ਕੋਲ ਆ ਜਾਏਗਾ 110। ਇਟ ਮੀਨ ਦੂਸਰੀ ਸੰਖਿਆ ਜੋ ਹੈ ਉਹ ਆਪਣੇ ਕੋਲ ਆ ਗਈ ਹੈ 110। ਸੋ ਅਗਲਾ ਕੁਐਸਚਨ ਇਸ ਤਰ੍ਹਾਂ ਹੈ ਜੀ, ਇੱਕ ਥੈਲੇ ਵਿੱਚ 4 ਲਾਲ ਗੇਂਦਾਂ ਅਤੇ 2 ਪੀਲੀਆਂ ਗੇਂਦਾਂ ਹਨ। ਥੈਲੇ ਦੇ ਅੰਦਰ ਦੇਖੇ ਬਿਨਾਂ ਇੱਕ ਗੇਂਦ ਕੱਢੋ। ਇੱਕ ਲਾਲ ਗੇਂਦ ਪ੍ਰਾਪਤ ਕਰਨ ਦੀ ਸੰਭਾਵਨਾ ਪਤਾ ਕਰੋ। A bag has 4 red and 2 yellow balls. Ball is drawn from the bag. What is the probability of getting a red ball?
तो इस तुहानूं बैग नज़र आ रहा है, इस दे विच 4 अपने को लाल गेंदा हैं तो 2 अपने को की हैं पीलियां गेंदा येलो बॉल्स हैं। तो टोटल स्टूडेंट अपन नज़र आ रहा है कि टोटल बॉल्स अपने को कितनियां हैं 6 बॉल्स हैं। देखो जी 4 अपने को रैड बॉल्स हैं लाल गेंदा, 2 अपने को हैं पीलियां गेंदा येलो, तो दोवां नूं प्लस करके स्टूडेंट अपने को टोटल जो गेंदा हैं घटना के जो कुल परिणाम हैं वो कितने आ गए हैं 6 आ गए हैं। तो नीचे स्टूडेंट फॉर्मूला लिखा है किसी भी घटना की संभावना पता करने का इंग्लिश और पंजाबी दोनों में। घटना के अनुकूल परिणाम बटा घटना के कुल परिणाम या नंबर ऑफ फेवरेबल आउटकम डिवाइड बाय टोटल नंबर ऑफ आउटकम्स। तो घटना के अनुकूल परिणाम या उसनों इंग्लिश में कहते हैं नंबर ऑफ फेवरेबल आउटकम्स की हैं कि जिसकी आप संभावना पता करना है वो कितनी बार है। आप संभावना रैड प्रोबेबिलिटी पता करनी है रैड बॉल की, तो रैड बॉल अपने को लाल गेंदा कितनियां हैं 4। इट मीन घटना के जो अनुकूल परिणाम हैं फेवरेबल आउटकम्स हैं वो 4 आ गए हैं। तो नीचे आप लिखने हैं कुल परिणाम या नंबर ऑफ टोटल आउटकम। तो टोटल आउटकम तो टोटल बॉल्स अपने को कितनियां हैं तो नज़र आ रहा है टोटल बॉल अपने को 6 हैं 4/6। ये आ गई इसमें अपने को रैड बॉल फाइंड आउट करने की प्रोबेबिलिटी, रैड बॉल गैटिंग की प्रोबेबिलिटी, लाल गेंद प्राप्त करने की संभावना। तो इन्हों की स्टूडेंट हुण कटिंग हो रही है। देखो 2 के पहाड़े में 2 के टेबल में कटिंग हो जाएगी 2/3 2/3 आ जाएगा। इस तरह इसकी भी आप कटिंग कर देनी है 2 के टेबल में 2/3। इट मीन अपने को रैड बॉल प्राप्त करने की लाल गेंद प्राप्त करने की संभावना कितनी आ गई है जी 2/3। सो अगला क्वेश्चन इस तरह है जी एक इस तरह के घन की भुजा पता करो जिसकी कुल सतह का खेत्रफल 66 सेंटीमीटर वर्ग है। फाइंड द साइड ऑफ ए क्यूब हूज सरफेस एरिया इज 66 सेंटीमीटर स्क्वेयर। तो ये स्टूडेंट नीचे तुहानूं एक घन की शेप नज़र आ रही है, इस दे विच आपां इसकी भुजा पता करनी है तो आपां नूं इसका कुल सतह खेत्रफल दिता होया है जी। तो भुजा नूं स्टूडेंट आपां डिनोट करते हैं जी छोटे ए दे नाल, इसकी जो साइड है उसनूं आपां ए नाल लिखते हैं। तो जो घन है क्यूब है उसदियां सारियां भुजावां की लंबाई की हुंदी है बराबर हुंदी है जी। तो हुण सुण देखो उपर लिखा हुआ फॉर्मूला कुल सतह खेत्रफल आपां नूं दिता है जी 66 सेंटीमीटर स्क्वेयर। तो कुल सतह खेत्रफल का जो फॉर्मूला हुंदा है घन का वो हुंदा है जी 6a का वर्ग। इसका मतलब कुल सतह खेत्रफल के नीचे आपां की लिख देना है 6a का वर्ग तो बराबर किस दे है जी ये 66 सेंटीमीटर वर्ग के इक्वल। तो इतों आप ए का मुल कढ़ना है जी इस समीकरण तो ए स्केयर आप इस तरफ लिखांगे, जो 6 है वो दूसरी तरफ जाके 66 के नाल की हो जाएगा भाग हो जाएगा। हुण देखो 6 के पहाड़े में 66 कटिया जाएगा 11 तो 11 6 66। इट मीन जो ए का वर्ग है वो किस दे इक्वल टू आ गया है स्टूडेंट 11। तो इतों हुण आपां ए का मुल किस तरह पता करना है जी ए किस दे इक्वल टू आ जाएगा ए का वर्ग 11 है तो ए आ जाएगा स्टूडेंट ए जो वर्ग है दूसरी तरफ जाके वर्गमूल दे विच चेंज हो जाएगा जी 11 का वर्गमूल। तो नाल आपां लिख देना हैं सेंटीमीटर। इट मीन जो घन की भुजा है साइड ऑफ ए क्यूब है वो कितनी आ गई है जी वर्गमूल 11 11 का वर्गमूल या स्क्वेयर रूट ऑफ 11। सो अगला क्वेश्चन इस तरह है जी किसी सॉफ्ट ड्रिंक फैक्ट्री दे विच एक मशीन 840 बोतलां 6 घंटे दे विच भरदी है, वो मशीन 5 घंटे दे विच कितनियां बोतलां भरेगी। इन अ सॉफ्ट ड्रिंक फैक्ट्री इफ अ मशीन फिल्स 840 बॉटल्स इन 6 आवर्स हाउ मैनी बॉटल्स इट विल फिल इन 5 आवर। तो आपां नूं सुण दिता होया कि 840 बोतलां जो है वो मशीन 6 घंटे विच भरदी है, तो उही मशीन जो है जेकर 5 घंटे चलाई जाए तो वो कितनियां बोतलां भरेगी। तो इस क्वेश्चन उसनूं सॉल्व करने लिए आपां पहलां एक टेबल तैयार करना है। तो टेबल दे विच आपां लिख लेना है बोतलों की गिणती तो उसनूं भरन लई लगा समा। पहलां देखो अपने को बोतलों की गिणती कितनी दी हुई है जी 840 तो उसनूं भरन लई जो समा लगा है वो लगा है जी आपां नूं 6 घंटे जो कि आपां नूं स्टेटमेंट दे विच ही क्वेश्चन दे विच लिखिया होया है। देखो ये वाला तो हुण दूसरा है कि आपां नूं समा दिता होया है 5 घंटे। आपां जिथे पहला समा 6 घंटे लिखा है उस दे अगे आपां लिखना है समा 5 घंटे। तो आपां हुण कढणीआं हन कितनियां बोतलां 5 घंटे दे विच भरीआं जाणगीआं तो उसकी जगह तो आपां जो उपर है वो लिख लिया है एक्स। इट मीन जो एक्स बोतलां हन वो 5 घंटे विच भरीआं जाणगीआं। तो स्टूडेंट क्वेश्चन नूं सॉल्व आपां इस तरह करना है। आपां हुण पहलां चैक करना है कि जो बोतलां की गिणती तो उसनूं भरन लई लगा जो समा है इन्हां दोवां दे विचकार सिद्धा अनुपात है जां उल्टा अनुपात है। सिद्धे नूं आपां कह दिंदे हैं डायरैक्ट
ਤੇ ਉਲਟੇ ਨੂੰ ਇਨਵਰਸ। ਆਪਾਂ ਦੇਖਣਾ ਹੈ ਕਿ ਇਹਨਾਂ ਵਿਚਕਾਰ ਸਿੱਧਾ ਅਨੁਪਾਤ ਹੈ ਜਾਂ ਉਲਟਾ ਅਨੁਪਾਤ ਹੈ। ਤੇ ਆਪਾਂ ਨੂੰ ਇਸ ਵਿੱਚ ਸਮਝ ਆ ਰਹੀ ਹੈ ਕਿ ਜੇਕਰ ਜਿੰਨੀਆਂ ਬੋਤਲਾਂ ਦੀ ਗਿਣਤੀ ਜ਼ਿਆਦਾ ਹੋਏਗੀ ਉਸ ਨੂੰ ਭਰਨ ਨੂੰ ਸਮਾਂ ਵੀ ਕੀ ਲੱਗੇਗਾ, ਜ਼ਿਆਦਾ ਲੱਗੇਗਾ। ਤੇ ਇਟ ਮੀਨ ਜੇਕਰ ਬੋਤਲਾਂ ਦੀ ਗਿਣਤੀ ਵੱਧ ਰਹੀ ਹੈ ਤਾਂ ਉਸ ਨੂੰ ਲੱਗਣ ਵਾਲਾ ਸਮੇਂ ਵੀ ਜੀ ਕੀ ਹੋਏਗੀ, ਸਮਾਂ ਵੀ ਵੱਧ ਲੱਗੇਗਾ। ਇਟ ਮੀਨ ਇਸ ਤਰ੍ਹਾਂ ਦਾ ਜੋ ਅਨੁਪਾਤ ਹੁੰਦਾ ਹੈ ਉਹ ਹੁੰਦਾ ਹੈ ਜੀ ਆਪਣੇ ਕੋ ਡਾਇਰੈਕਟ ਅਨੁਪਾਤ, ਸਿੱਧਾ ਅਨੁਪਾਤ। ਇਟ ਮੀਨ ਇਹ ਜੋ ਕੁਐਸਚਨ ਹੈ ਆਪਣੇ ਕੋਲ ਸਿੱਧੇ ਅਨੁਪਾਤ ਵਾਲਾ ਹੈ। ਤੇ ਸਿੱਧੇ ਅਨੁਪਾਤ ਵਿੱਚ ਆਪਾਂ ਜੋ x ਦਾ ਹੁਣ ਮੁੱਲ ਕਿਸ ਤਰ੍ਹਾਂ ਪਤਾ ਕਰਨਾ ਹੈ, ਇਸ ਵਿੱਚ ਆਪਾਂ ਕਰ ਦੇਣੀ ਹੈ ਜੀ ਤਿਰਛੀ ਗੁਣਾ। ਤਿਰਛੀ ਗੁਣਾ ਕੇ ਦੇਖੋ ਕਿਸ ਤਰ੍ਹਾਂ ਕਰਨੀ ਹੈ। 6 ਨੂੰ ਆਪਾਂ x ਦੇ ਨਾਲ ਗੁਣਾ ਕਰ ਦੇਣਾ ਹੈ ਜੀ, ਤੇ 5 ਨੂੰ ਆਪਾਂ ਜੋ ਹੈ ਉਹ 840 ਦੇ ਨਾਲ ਗੁਣਾ ਕਰਕੇ ਲਿਖ ਦੇਣਾ ਹੈ। ਪਹਿਲਾਂ ਦੇਖੋ ਆਪਾਂ ਲਿਖਣਾ ਹੈ 6 ਨੂੰ x ਦੇ ਨਾਲ ਗੁਣਾ ਕਰਨਾ ਹੈ। 6 ਗੁਣਾ x ਆਪਾਂ ਲਿਖ ਲੈਣਾ ਹੈ ਜੀ ਖੱਬੇ ਪਾਸੇ, ਤੇ ਦੂਸਰੀ ਤਰਫ ਲਿਖ ਦੇਣਾ ਆਪਾਂ 840 ਗੁਣਾ 5, ਇਸ ਨੂੰ ਲਿਖਣਾ ਹੈ ਸੱਜੇ ਪਾਸੇ। ਤੇ ਹੁਣ ਇੱਥੋਂ ਆਪਾਂ x ਦਾ ਮੁੱਲ ਦੇਖੋ ਕਿਸ ਤਰ੍ਹਾਂ ਪਤਾ ਕਰਨਾ ਹੈ। x ਕਿਸ ਦੇ ਇਕੁਅਲ ਟੂ ਆ ਜਾਏਗਾ 840 ਗੁਣਾ 5। ਇਹ ਜੋ 6 ਇਸ ਤਰਫ 6 ਦੇ x ਦੇ ਨਾਲ ਗੁਣਾ ਹੈ, ਇਹ ਇਸ ਤਰਫ ਆ ਜਾ ਕੇ ਇਸ ਦੇ ਨਾਲ ਡਿਵਾਈਡ ਹੋ ਜਾਏਗਾ, ਬਟੇ ਵਿੱਚ ਆ ਜਾਏਗਾ। ਹੁਣ ਦੇਖੋ ਆਪਣੀ ਕਟਿੰਗ ਹੋ ਰਹੀ ਹੈ ਤਾਂ ਆਪਾਂ ਕਟਿੰਗ ਕਰ ਦੇਣੀ ਹੈ। ਦੇਖੋ 6 ਦੇ ਪਹਾੜੇ ਵਿੱਚ 840 ਕੱਟਿਆ ਜਾਏਗਾ, ਹੁਣ 140 ਤੇ ਇਸ ਨੂੰ ਤੁਸੀਂ ਭਾਗ ਕਰਕੇ ਵੀ ਦੇਖ ਸਕਦੇ ਹੋ। ਤੇ ਹੁਣ ਆਪਣੇ ਕੋਲ ਦੇਖੋ x ਕਿਸ ਦੇ ਇਕੁਅਲ ਟੂ ਆ ਜਾਏਗਾ 140 ਗੁਣਾ 5। ਨੀਚੇ 1 ਹੈ, 1 ਨੂੰ ਆਪਾਂ ਨਹੀਂ ਲਿਖਦੇ, ਤੇ ਇਸ ਮੀਨ 140 ਨੂੰ ਜੇਕਰ ਆਪਾਂ 5 ਦੇ ਨਾਲ ਗੁਣਾ ਕਰਨਾ ਹੈ ਤੇ ਉਸ ਨੂੰ ਆਪਣੇ ਕੋਲ ਆ ਜਾਏਗਾ 700। ਇਟ ਮੀਨ ਜੋ ਮਸ਼ੀਨ 6 ਘੰਟੇ ਵਿੱਚ 840 ਬੋਤਲਾਂ ਭਰ ਰਹੀ ਹੈ, ਜੇਕਰ ਉਹ ਮਸ਼ੀਨ 5 ਘੰਟੇ ਚੱਲੇਗੀ ਤੇ 5 ਘੰਟੇ ਵਿੱਚ ਉਹ ਕਿੰਨੀਆਂ ਬੋਤਲਾਂ ਭਰੇਗੀ, 700 ਬੋਤਲਾਂ ਭਰੇਗੀ। ਸਟੂਡੈਂਟ ਕਿੰਨੀਆਂ ਬੋਤਲਾਂ ਭਰ ਰਹੀ ਹੈ 5 ਘੰਟੇ ਵਿੱਚ, 700 ਬੋਤਲਾਂ। ਸਟੂਡੈਂਟ ਅਗਲਾ ਕੁਐਸਚਨ ਇਸ ਤਰ੍ਹਾਂ ਹੈ ਜੀ, ਸਮੀਕਰਨ ਨੂੰ ਹੱਲ ਕਰੋ। ਇਹ ਆਪਾਂ ਨੂੰ ਸਮੀਕਰਨ ਦਿੱਤੀ ਹੋਈ ਹੈ ਜੀ 3y ਜਮਾ 4 ਬਟਾ 2 ਮਾਈਨਸ 6y ਬਰਾਬਰ -2/5। ਤੇ ਇਸ ਨੂੰ ਆਪਾਂ ਹੱਲ ਕਰਨਾ ਹੈ। ਹੱਲ ਕਰਨ ਦਾ ਮਤਲਬ ਹੈ ਤੇ ਇਸ ਸਮੀਕਰਨ ਨੂੰ ਹੱਲ ਕਰਕੇ ਆਪਾਂ y ਦਾ ਮੁੱਲ ਪਤਾ ਕਰਨਾ ਹੈ। ਤੇ ਸਟੂਡੈਂਟ ਦੇਖੋ ਆਪਣੇ ਕੋਲ ਪਹਿਲਾ ਸਟੈਪ ਕੀ ਹੋਏਗਾ ਸਮੀਕਰਨ ਨੂੰ ਹੱਲ ਕਰਨ ਲਈ, ਦੋਨੇ ਪਾਸੇ ਬਟਿਆਂ ਵਿੱਚ ਰਕਮ ਲਿਖੀ ਹੈ, ਵਿਚਕਾਰ ਬਰਾਬਰ ਦਾ ਸਾਈਨ ਹੈ। ਤੇ ਪਹਿਲਾ ਸਟੈਪ ਆਪਣੇ ਕੋਲ ਹੋਏਗਾ ਜੀ ਤਿਰਛੀ ਗੁਣਾ। ਇਸ ਤਰ੍ਹਾਂ ਦੇ ਕੁਐਸਚਨ ਵਿੱਚ ਜਿਸ ਵਿੱਚ ਦੋਨੋਂ ਤਰਫ ਬਟੇ ਹੋਣ ਤੇ ਵਿਚਕਾਰ ਬਰਾਬਰ ਦਾ ਸਾਈਨ ਹੋਵੇ ਤਾਂ ਪਹਿਲਾ ਸਟੈਪ ਆਪਣੇ ਕੋਲ ਕੀ ਹੁੰਦਾ ਹੈ, ਤਿਰਛੀ ਗੁਣਾ। 5 ਨੂੰ ਇੱਧਰ ਆਪਾਂ ਉੱਪਰ ਗੁਣਾ ਕਰ ਦੇਣਾ ਹੈ 3y ਜਮਾ 4 ਦੇ ਨਾਲ, ਤੇ ਨੀਚੇ ਜੋ 6 ਮਾਈਨਸ 2 ਮਾਈਨਸ 6y ਹੈ ਇਸ ਨੂੰ ਉੱਪਰ ਆਪਾਂ -2 ਦੇ ਨਾਲ ਗੁਣਾ ਕਰ ਦੇਣਾ ਹੈ। ਤੇ ਦੇਖੋ ਆਪਣੇ ਕੋਲ ਪਹਿਲਾ ਸਟੈਪ ਕੀ ਆਏਗਾ ਜੀ 5 ਗੁਣਾ ਹੋ ਜਾਏਗਾ, ਮਲਟੀਪਲਾਈ ਹੋ ਜਾਏਗਾ 3y ਜਮਾ 4 ਦੇ ਨਾਲ, ਤੇ ਇਸ ਤਰਫ ਜੋ ਹੈ -2 ਮਲਟੀਪਲਾਈ ਗੁਣਾ ਹੋ ਜਾਏਗਾ 2 ਮਾਈਨਸ 6y ਦੇ ਨਾਲ। ਤੇ ਹੁਣ ਸੁਣ ਆਪਾਂ ਬ੍ਰੈਕਟ ਨੂੰ ਓਪਨ ਕਰਨਾ ਹੈ ਜੀ, ਤੇ ਬ੍ਰੈਕਟ ਦੇ ਬਾਹਰ ਦੇਖੋ ਆਪਣੇ ਕੋਲ 5 ਹੈ ਪਹਿਲੀ ਬ੍ਰੈਕਟ ਦੇ ਵਿੱਚ, ਤੇ 5 ਨੂੰ ਆਪਾਂ ਦੋਨੋਂ ਬ੍ਰੈਕਟ ਦੇ ਅੰਦਰ ਜੋ ਮੈਂਬਰਸ ਹਨ ਇਹਨਾਂ ਦੋਵਾਂ ਦੇ ਨਾਲ ਆਪਾਂ ਗੁਣਾ ਕਰ ਦੇਣਾ ਹੈ। ਪਹਿਲਾਂ 5 3y ਦੇ ਨਾਲ ਗੁਣਾ ਹੋ ਜਾਏਗਾ, ਇਹ ਆ ਜਾਏਗਾ ਸੁਣ ਆਪਣੇ ਕੋਲ 15y, 5 ਤੇ 15 ਪਲੱਸ ਦਾ ਸਾਈਨ ਆ ਜਾਏਗਾ, ਫਿਰ 5 4 ਦੇ ਨਾਲ ਗੁਣਾ ਹੋ ਜਾਏਗਾ, 5 ਚੌਕਾ 20। ਇਸੇ ਤਰ੍ਹਾਂ ਸੱਜੇ ਪਾਸੇ ਵੀ ਦੇਖੋ ਆਪਣੇ ਕੋਲ ਬ੍ਰੈਕਟ ਦੇ ਬਾਹਰ -2 ਹੈ, ਬ੍ਰੈਕਟ ਦੇ ਅੰਦਰ ਆਪਣੇ ਕੋਲ ਹੈ 2 ਤੇ -6y। ਪਹਿਲਾਂ ਜੋ -2 ਹੈ ਉਹ 2 ਦੇ ਨਾਲ ਗੁਣਾ ਹੋ ਜਾਏਗਾ, -4 ਆ ਜਾਏਗਾ, ਫਿਰ ਜੋ -2 ਹੈ ਉਹ -6 ਦੇ ਨਾਲ ਗੁਣਾ ਹੋ ਜਾਏਗਾ। ਤੇ ਮਾਈਨਸ ਨੂੰ ਜਦੋਂ ਮਾਈਨਸ ਵਾਲੀ ਰਕਮ ਨਾਲ ਗੁਣਾ ਕਰਾਂਗੇ ਤੇ ਇੱਥੇ ਸਟੂਡੈਂਟ ਪਲੱਸ ਦਾ ਸਾਈਨ ਆ ਜਾਏਗਾ ਆਪਣੇ ਕੋਲ, ਤੇ 2 ਨੂੰ 6 ਨਾਲ ਗੁਣਾ ਕਰਾਂਗੇ 12y। ਤੇ ਇੱਥੋਂ ਸਟੂਡੈਂਟ ਹੁਣ ਆਪਾਂ y ਦਾ ਮੁੱਲ ਕਿਸ ਤਰ੍ਹਾਂ ਪਤਾ ਕਰਨਾ ਹੈ। ਜੋ y ਵਾਲੀ ਟਰਮ ਹੈ ਉਸ ਨੂੰ ਆਪਾਂ ਖੱਬੇ ਪਾਸੇ, ਤੇ ਜਿਸ ਦੇ ਵਿੱਚ y ਨਹੀਂ ਹੈ ਉਸ ਨੂੰ ਆਪਾਂ ਸੱਜੇ ਪਾਸੇ ਲੈ ਜਾਣਾ ਹੈ। ਇਸ ਤਰਫ ਦੇਖੋ 15y ਐਜ਼ ਇਟ ਰਹੇਗਾ, ਇਹ ਜੋ 12y ਹੈ ਇਸ ਨੂੰ ਆਪਾਂ ਇੱਧਰ ਲਿਆਉਣਾ ਹੈ ਦੂਸਰੀ ਤਰਫ, ਇਸ ਤਰਫ ਆ ਕੇ ਇਹ ਹੋ ਜਾਏਗਾ -12y। ਤੇ ਇੱਧਰ ਦੇਖੋ ਆਪਣੇ ਕੋਲ -4 ਹੈ, ਇਹ ਜੋ b ਹੈ ਇਸ ਨੂੰ ਆਪਾਂ ਦੂਸਰੀ ਤਰਫ ਲੈ ਜਾਣਾ ਹੈ, ਇੱਧਰ +20 ਹੈ ਤੇ ਇੱਧਰ ਆ ਕੇ ਉਹ -20 ਹੋ ਜਾਏਗਾ। ਹੁਣ ਸੁਣ ਦੇਖੋ 15y ਦੇ ਵਿੱਚੋਂ ਜੇਕਰ ਆਪਾਂ 12y ਨੂੰ ਘਟਾ ਦਿੰਦੇ ਹਨ, ਇਹ ਘਟਾਓ ਹੈ, ਘਟਾ ਕੇ ਆਪਣੇ ਕੋਲ ਕਿੰਨਾ ਸਟੂਡੈਂਟ ਆ ਜਾਏਗਾ, ਇਹ 3y ਆ ਜਾਏਗਾ। ਤੇ ਇਸ ਤਰਫ ਦੇਖੋ -4 ਤੇ -20 ਇਹ ਦੋਨੋਂ ਮਾਈਨਸ ਵਾਲੀਆਂ ਰਕਮਾਂ ਹਨ, ਮਾਈਨਸ ਵਾਲੇ ਨੰਬਰ ਹਨ, ਆਪਸ ਵਿੱਚ ਜੁੜ ਜਾਣਗੇ ਬਟ ਸਾਈਨ ਮਾਈਨਸ ਦਾ ਹੀ ਆਏਗਾ। 20 ਤੇ 4 ਸਟੂਡੈਂਟ ਹੋ ਜਾਏਗਾ 24, ਲੇਕਿਨ 24 ਮਾਈਨਸ ਦਾ ਆਏਗਾ -24। ਤੇ ਹੁਣ ਸੁਣ ਆਪਾਂ y ਦੀ ਵੈਲਿਊ ਫਾਈਂਡ ਆਊਟ ਕਰਨੀ ਹੈ, ਤੇ y ਦੇਖੋ ਇੱਥੇ ਕਿੰਨਾ ਆ ਜਾਏਗਾ -24/3। ਤੇ 3 ਦੇ ਪਹਾੜੇ ਵਿੱਚ ਸਟੂਡੈਂਟ 24 ਦੀ ਕਟਿੰਗ ਹੋ ਜਾਏਗੀ 8 ਤੇ 8 ਤੇ 24, ਤੇ ਸਟੂਡੈਂਟ y ਆਪਣੇ ਕੋਲ ਕਿੰਨਾ ਆ ਗਿਆ ਹੈ ਸਟੂਡੈਂਟ -8 ਆ ਗਿਆ ਹੈ ਜੀ।
सो अगला क्वेश्चन इस तरह है जी, अर्जुन की उम्र श्रेया की उम्र तो दुगनी है। 5 साल पहला उसकी उम्र श्रेया की उम्र की 3 गुणा सी। दोनों की वर्तमान उम्र की है वो पता करनी है। आज की उम्र उसकी पता करनी है। इंग्लिश में स्टेटमेंट इस तरह है जी, अर्जुन इज़ ट्वाइस एज ओल्ड एज श्रेया 5 ईयर अगो। हिज एज वॉज 3 टाइम्स श्रेयाज एज। फाइंड देयर प्रेजेंट एजेस। तो सुन देखो इस क्वेश्चन को किस तरह सॉल्व करना है जी। ਆਪਾਂ ਨੂੰ ਕਿਹਾ ਗਿਆ ਹੈ ਕਿ ਜੋ ਅਰਜੁਨ ਦੀ ਉਮਰ ਹੈ ਉਹ ਸ਼੍ਰੇਆ ਦੀ ਉਮਰ ਤੋਂ ਕੀ ਹੈ, ਦੁੱਗਣੀ ਹੈ। ਤੇ ਆਪਾਂ ਮੰਨ ਲੈਂਦੇ ਹਨ ਜੋ ਸ਼੍ਰੇਆ ਦੀ ਉਮਰ ਹੈ ਉਸ ਨੂੰ ਆਪਾਂ ਸਟੂਡੈਂਟ ਐਕਸ ਮੰਨ ਲੈਂਦੇ ਹਨ। ਸ਼੍ਰੇਆ ਦੀ ਅੱਜ ਦੀ ਉਮਰ ਜੋ ਹੈ ਉਹ ਐਕਸ ਹੈ ਤੇ ਅਰਜੁਨ ਦੀ ਜੋ ਉਮਰ ਹੈ ਉਸ ਤੋਂ ਦੁੱਗਣੀ ਹੈ। ਇਟ ਮੀਨ ਅਰਜੁਨ ਦੀ ਉਮਰ ਕਿੰਨੀ ਆ ਜਾਏਗੀ ਸਟੂਡੈਂਟ, 2x ਆ ਜਾਏਗੀ। ਇਹ ਅੱਜ ਦੀ ਉਮਰ ਦੀ ਗੱਲ ਹੋ ਰਹੀ ਹੈ ਜੀ। ਹੁਣ ਆਪਾਂ ਚਲੇ ਜਾਣਾ ਹੈ 5 ਸਾਲ ਪਿੱਛੇ। 5 ਸਾਲ ਪਹਿਲਾਂ ਜੋ ਹੈ ਉਹ ਕਿੰਨੀ ਉਮਰ ਹੋਏਗੀ ਜੀ। 5 ਸਾਲ ਪਹਿਲਾਂ ਜੋ ਸ਼੍ਰੇਆ ਦੀ ਉਮਰ ਹੋਏਗੀ ਉਹ x-5 ਹੋਏਗੀ ਤੇ ਅਰਜੁਨ ਦੀ ਉਮਰ 5 ਸਾਲ ਪਹਿਲਾਂ ਹੋਏਗੀ 2x-5। ਇਹ ਉਹਨਾਂ ਦੀ ਅੱਜ ਦੀ ਉਮਰ ਹੈ ਸਟੂਡੈਂਟ ਤੇ ਇਹ ਆਪਾਂ ਦੋਨਾਂ ਉਮਰਾਂ ਵਿੱਚੋਂ 5-5 ਸਾਲ ਘਟਾ ਦਿੱਤੇ ਹਨ। ਇਹ 5 ਸਾਲ ਪਹਿਲਾਂ ਦੀ ਉਮਰ ਆਏਗੀ। ਹੁਣ ਸਟੂਡੈਂਟ ਪ੍ਰਸ਼ਨ ਅਨੁਸਾਰ ਜਾਂ ਅਕੋਰਡਿੰਗ ਟੂ ਕੁਐਸਚਨ ਆਪਣੇ ਕੋਲ ਕੀ ਆ ਜਾਏਗਾ ਜੀ, ਇੱਥੇ ਲਿਖ ਲਾਂਗੇ ਆਪਾਂ ਅਕੋਰਡਿੰਗ ਟੂ ਕੁਐਸਚਨ ਜਾਂ ਉਸ ਨੂੰ ਪੰਜਾਬੀ ਵਿੱਚ ਕਹਿ ਦਿੰਦੇ ਹਨ ਪ੍ਰਸ਼ਨ ਅਨੁਸਾਰ। ਪ੍ਰਸ਼ਨ ਅਨੁਸਾਰ ਆਪਣੇ ਕੋਲ ਕੀ ਹੈ ਕਿ ਇਹਨਾਂ ਦੀ ਜੋ 5 ਸਾਲ ਪਹਿਲਾਂ ਉਮਰ ਹੈ अर्जुन की वो श्रेया की उम्र तो कितनी है जी, 3 गुणा है। क्वेश्चन के दिता है 3 टाइम्स है। इट मीन जो अर्जुन की उम्र है, अर्जुन की जो उम्र है वो श्रेया की उम्र तो 3 गुणा है। मतलब उसनों 3 के नाल आपां मल्टीप्लाई कर देना है जी। हुण 2x-5 इसनों एज इट। हुण इस ब्रैकेट नूं आपां ओपन करना है। पहला 3x के नाल गुणा हो जाएगा, फिर 3-5 के नाल गुणा हो जाएगा। तो 3 नूं जदों x नाल गुणा किया 3x आ जाएगा। 3 नूं जदों -5 के नाल गुणा किया तो -15 आ जाएगा। हुण सुण इत्थों आपां x का मुल पता करना है, x की वैल्यू पता करनी है। ये जो 2x है ये इस तरह रहेगा। 3x नूं आपां इस तरफ ले आना है। जो 3x है इधर आके -3x हो जाएगा। विचकार बराबर का साइन है, इस तरफ -15 है। ये 5 नूं आपां दूसरी तरफ शिफ्ट कर देना है। -5 इधर जाके +5 हो जाएगा। हुण 2x-x इस नूं अपने को आ गया है जी -x आ जाएगा। इसनों 1x भी लिख सकते हैं तो जां कल्ला -x भी लिखा जा सकता है। -15 ते जमा 5 इस नूं अपने को -10 आ जाएगा। माइनस के नाल माइनस कटिया जाएगा। इट मीनस हुण x अपने को की आ गया है जी 10 आ गया है। तो हुण देखो अपने को जो x है वो किसकी उम्र है जी, श्रेया की उम्र है। ये देखो स्टार्टिंग में अपने को श्रेया की उम्र आप x ली थी, x अपने को 10 आ गया है। इट मीन जो श्रेया की वर्तमान उम्र है, प्रेजेंट उम्र है वो कितनी आ गई है 10 साल। तो जो अर्जुन है, अर्जुन की उम्र अपने क्वेश्चन कितनी है प्रेजेंट 2x, 2 नूं x नाल गुणा कर देंगे तो इस नूं अपने को आ जाएगा 20 साल। इट मीन अर्जुन की उम्र कितनी आ गई है अपने को 20 साल। तो श्रेया की प्रेजेंट उम्र कितनी आ गई है इसमें अपने को 10 साल आ गई है जी। सुनो अगला क्वेश्चन इस तरह है जी, किसी बहुफलक के 6 सिखर ते 12 किनारे हैं। इस बहुफलक के फलक पता करो। अ पॉलीहेड्रन हैज़ 6 वर्टिसेस एंड 12 एजेस। फाइंड द नंबर ऑफ फेसिस ऑफ द पॉलीहेड्रन। तो इस क्वेश्चन को सॉल्व करने स्टूडेंट आप लगा देना है यूलर फॉर्मूला। तो आओ पहला यूलर फॉर्मूला लिख लेने हैं जी। ये होंदा है जी अपने को F+V = E-2। इत्थे F अपने को की हैं जी फेसिस फलक जो कि आप पता करने हैं, इसलिए आप F नूं एज इट लिख लेना है जी। +V अपने को हाँ जी वर्टिसेस जिसनों आप शिखर कह देने हैं। तो शिखर अपन दिते हुए हैं 6 क्वेश्चन के देखो। तो V की जगह आप 6 भर देना है जी। ई हुंदा है अपने को एजेस जिसनों आप किनारे कह देने हैं पंजाबी विच। किनारे भी आप देखो क्वेश्चन के दिते हुए हैं 12 तो -2 एज इट आप फॉर्मूले में लिखना है। तो हुण देखो इसनों सॉल्व करना है। F+6 बराबर अपने को है 12 के विचों आप 2 नूं घटा देना। तो इस नूं अपने को कितना आ जाएगा 10। तो हुण आप F की वैल्यू पता करनी है। तो F नूं आप रखना है खब्बे पासे। तो ये जो 6 है 6 नूं आप इस तरफ ले जाना है। तो इस तरफ 6 आके की हो जाएगा माइनस हो जाएगा 10 के विचों 10 एज इट आ जाएगा। 6 इस तरफ प्लस का है, इस तरफ जाके माइनस का हो जाएगा। तो F अपने को कितना आ जाएगा जी, फिर देखो 10 के विचों 6 आप घटा देने हैं तो 4। इट मीन 4 फेसिस
4 अपने को फलक आ जाएंगे इस बहुफलक दे, तो उस बहुफलक दे अपने को इस फलक किन्ने आ जाएंगे, 4 फलक आ जाएंगे जी अपने को। सो अगला क्वेश्चन इस तरह है जी, एक होस्टल ਦੇ 100 ਵਿਦਿਆਰਥੀ ਹਨ ਤੇ ਉਹਨਾਂ ਦੇ ਭੋਜਨ ਦੀ ਸਮੱਗਰੀ 20 ਦਿਨ ਦੇ ਲਈ ਕਾਫੀ ਹੈ। ਜੇਕਰ ਇਸ ਸਮੂਹ ਦੇ ਵਿੱਚ 25 ਵਿਦਿਆਰਥੀ ਹੋਰ ਆ ਜਾਣ ਤਾਂ ਇਹ ਜੋ ਭੋਜਨ ਸਮੱਗਰੀ ਹੈ ਕਿੰਨੇ ਦਿਨ ਚੱਲੇਗੀ। There are 100 students in a hostel. Food provision for them is for 20 days. How long will these provision last if 25 more students join the group? तो स्टूडेंट इस क्वेश्चन को सॉल्व करने लिए सब तो पहला आप जो नीचे है टेबल तैयार करना है। टेबल के विच अपने को लिखना है पहला विद्यार्थियों की गिनती, तो नीचे आ जाएगा अपने को दिनों की गिनती। विद्यार्थियों की गिनती कितनी है जी, पहला देखो अपने को 100 विद्यार्थी हैं तो किन्ने दिन उन्होंने भोजन समग्री है अपने को 20 दिन ਲਈ। तो हुण अपने को जो 25 विद्यार्थी होर आ गए हैं तो जो स्टूडेंट्स हैं वो अपने को हो गए हैं 125, तो 125 स्टूडेंट्स ਲਈ वो जो 20 दिनों की समग्री है किन्ने दिन चलेगी, उस लिए आप उसमें लिख लिया है जी 22 दिन। 100 विद्यार्थियों ਲਈ जो दिनों की गिनती है वो 20 है, तो 125 विद्यार्थियों लिए दिनों की गिनती आप 22 लिख लिया है। 22 की इत्थे वैल्यूज़ आप फाइंड आउट करनी है जी। स्टूडेंट इस क्वेश्चन को सॉल्व करने लिए आप हुण चैक करना है कि जो विद्यार्थियों की गिनती तो दिनों की गिनती दी हुई है, इन्हां विच अपने को सीधा अनुपात है जां उल्ट अनुपात है, डायरैक्ट रिलेशन है जां इनवर्स रिलेशन है। तो आपां नूं नज़र आ रहा है जेकर विद्यार्थियों की गिनती वध गई है तो जो दिनों की गिनती है उस स्टूडेंट अपने को की हो जाएगा, घट जाएगी। तो इस तरह के अनुपात को आप की कहते हैं उलट अनुपात। इट मीन ये जो क्वेश्चन है वो उलट अनुपात वाला है। तो उलट अनुपात वाले क्वेश्चन में आप सॉल्व किस तरह करना होंगे है जी, इस विच आप जो ऊपर नीचे नंबर लिखे हुए हैं उन्होंने आप गुणा कर देना होंगे है, मल्टीप्लाई करना होंगे है, एक खब्बे पासे रखना एक सज्जे पासे। तो ये देखो ऊपर नीचे नंबर किहड़े लिखे हुए हैं, जो उल्ट अनुपात है उस आप ऊपर नीचे नंबरस में मल्टीप्लाई करना होंगे है। 100 आप 20 के नाल गुणा कर देना है, तो 125 आप 22 के नाल गुणा कर देना है। तो स्टूडेंट जिहड़ी चीज़ आप पता करनी है उसनों आप खब्बे पासे लिखना है, तो जो दिता होया आप सज्जे पासे। तो हुण आप 22 का मुल पता करना है। इट मीन 125 गुणा 22 आप खब्बे पासे लिखांगे, तो 100 गुणा 20 आप लिख लेना है सज्जे पासे। तो इतों हुण सुन आप 22 का मुल पता करना है। देखो किस तरह करांगे, इस तरफ 125 गुणा 22 है, तो 22 का मुल आप किस तरह पता करना है, दूसरी तरफ जाके ये जो 125 है वो 100 गुणा 20 दे बटा हो जाएगा। हुण 125 ते जो 100 है वो 25 के पहाड़े विच देखो कट्टे जाते हैं जी। 25 के पहाड़े विच 100 कट्टिया जाएगा, 25 चौका 100 तो 25 5 125। तो हुण देखो नीचे 5 है, 5 अपने को 20 के नाल कटिंग हो जाएगी, 5 एकम 5 तो 5 चौका 20। तो स्टूडेंट हुण देखो ऊपर अपने को की बच गया है जी 4 गुणा 4, तो 4 गुणा 4 स्टूडेंट कितना आ जाएगा अपने को जी 16। इट मीन वो जो भोजन समग्री जो खाना सी पहला 20 दिन चलना सी वो हुण सिर्फ 16 दिन चलेगा जी। सो अगला क्वेश्चन इस तरह है जी, काफ़ी ईजी क्वेश्चन है, सिर्फ ग्राफ नूं देख के आप आंसर लिखने हैं जी। ये ग्राफ की दिता होया है, किसी हस्पताल दे विच एक रोगी का प्रति घंटे लिया गया तापमान दर्शाता है। ये जो नीचे ग्राफ दिता होया है, तो ये नीचे आपां 4 क्वेश्चन पूछे गए हैं, ये 4 क्वेश्चनस दे आपां आंसरस देने हैं इस ग्राफ नूं देख के जी। तो ग्राफ दे विच देखो नीचे अपने को टाइम है, तो उपर नूं उसनूं आपां दिता होया है जी तापमान दिता होया है, टैंपरेचर दिता होया है। तो पहला देखो अपने को पहला क्वेश्चन की है जी, पहला क्वेश्चन अपने को पूछा गया है, तो इंग्लिश और पंजाबी दोनों के विच आपां इसका आंसर देवांगे। पहला पूछा गया है, पहला क्वेश्चन दोपहर 1 बजे रोगी का तापमान की सी। दोपहर 1 बजे देखो अपने को तुहानूं एरो नज़र आ रहे हैं, देखो 1 बजे अपने को जो टैंपरेचर है तापमान है कितना है जी 1 PM। 1 PM मतलब दोपहर के 1 बजे हैं, तो उस समय अपने को जो तापमान है वो 36 तो 37 के बिल्कुल सेंटर में है। इट मीन पहले का जो आंसर आ जाएगा वो आ जाएगा 36.5 36.5 डिग्री सैल्सीयस। हुण सुनो दूसरा क्वेश्चन देखते हैं जी, दूसरे विच है रोगी का तापमान 38.5 डिग्री सैल्सीयस कदों सी। वैन वॉज द पेशेंट टैंपरेचर 38.5 डिग्री सैल्सीयस। तो 38.5 देखो कितने आएगा, 38 तो 39 के बिल्कुल सेंटर में 38.5 आ जाएगा। तो इस दे बिल्कुल सामने जेकर आप
ਸਮਾਂ ਦੇਖਦੇ ਹਨ, ਟਾਈਮ ਦੇਖਦੇ ਹਨ। ਇਸ ਦੇ ਬਿਲਕੁਲ ਸਾਹਮਣੇ ਦੇਖੋ ਜੋ ਟਾਈਮ ਹੈ, ਇਹ ਟੈਂਪਰੇਚਰ ਆਪਣੇ को आ गया है जी 38.5 ਤੇ ਇਸ ਤੇ ਆਪਣੇ को जो नीचे टाइम है, टाइम देखो कितना आ रहा है जी अपने को 12 नून। इट मीन सैकेंड का जो आंसर है वो कितना आ जाएगा अपने को 12 नून आ जाएगा जी। इसी तरह थर्ड है जी, तीसरा देखो, इस पूरे अंतराल विच रोगी का तापमान 2 बार एक समान ही सी, वो किहड़े समय हैं। The patient's temperature was the same 2 times during the period given. What was these 2 times? ਉਹ ਸਮਾਂ ਜਦੋਂ ਰੋਗੀ ਦਾ ਟੈਂਪਰੇਚਰ ਸੇਮ ਸੀ, ਉਹ ਕਿਹੜਾ ਸਮਾਂ ਹੈ। ਦੇਖੋ ਜੀ ਆਪਾਂ ਨੂੰ ਨਜ਼ਰ ਆ ਰਿਹਾ ਹੈ ਉਹ ਕਿਹੜਾ ਸਮਾਂ ਹੈ, ਤੇ ਟੈਂਪਰੇਚਰ ਕਿੰਨਾ ਸੀ ਆਪਣੇ ਕੋ। ਟੈਂਪਰੇਚਰ ਨਜ਼ਰ ਆ ਰਿਹਾ ਹੈ ਜੀ 36.5। ਇਹ ਦੋ ਸਮਾਂ ਹਨ ਜਿਨ੍ਹਾਂ ਦੇ ਵਿਚਕਾਰ ਬਿਲਕੁਲ ਲਾਈਨ ਬਿਲਕੁਲ ਸਿੱਧੀ ਹੈ। ਇਟ ਮੀਨ ਇਹ ਦੋ ਸਮੇਂ ਦੇ ਵਿੱਚ ਜੋ ਟੈਂਪਰੇਚਰ ਹੈ ਉਹ ਸੇਮ ਹੋਏਗਾ। ਤੇ ਇਹ ਸਮਾਂ ਕਿਹੜਾ ਹੈ ਜੀ, ਦੇਖੋ ਆਪਾਂ ਨੂੰ ਸਮਾਂ ਨੀਚੇ ਨਜ਼ਰ ਆ ਰਿਹਾ ਹੈ। ਇਹ ਜੋ ਪਹਿਲਾ ਟੈਂਪਰੇਚਰ ਹੈ ਉਹ 1 ਵਜੇ ਰਿਕਾਰਡ ਕੀਤਾ ਗਿਆ ਹੈ, ਦੂਸਰਾ ਸਮਾਂ ਆਪਣੇ को दूसरा ਟੈਂਪਰੇਚਰ 2 ਵਜੇ ਰਿਕਾਰਡ ਕੀਤਾ ਗਿਆ ਹੈ। ਇਟ ਮੀਨ ਪਹਿਲੇ ਅਤੇ ਦੂਸਰੇ, ਇਸ ਦਾ ਆਂਸਰ ਕੀ ਆ ਜਾਏਗਾ 1 PM ਐਂਡ 2 PM, 1 ਵਜੇ ਦੁਪਹਿਰ ਤੇ 2 ਵਜੇ। ਤੇ ਆ ਹੁਣ ਚੌਥਾ ਕੁਐਸਚਨ ਜੋ ਲਾਸਟ ਕੁਐਸਚਨ ਹੈ ਉਹ ਦੇਖਦੇ ਹਾਂ ਜੀ। 1:30 ਵਜੇ ਰੋਗੀ ਦਾ ਤਾਪਮਾਨ ਕੀ ਸੀ। ਆਪਾਂ 1:30 ਵਜੇ ਚੈੱਕ ਕਰਨਾ ਹੈ ਰੋਗੀ ਦਾ ਤਾਪਮਾਨ ਕੀ ਹੋਏਗਾ ਜੀ। ਵਟ ਵਾਜ਼ ਟੈਂਪਰੇਚਰ ਐਟ 1:30 PM। 1:30 PM ਕੀ ਆਏਗਾ 1 ਅਤੇ 2 ਦੇ ਬਿਲਕੁਲ ਸੈਂਟਰ ਵਿੱਚ, 1 ਅਤੇ 2 ਦੇ ਵਿਚਕਾਰ ਇੱਥੇ ਦੇਖੋ ਆਪਣੇ को ਤਾਪਮਾਨ ਵਾਲੀ ਲਾਈਨ ਨੂੰ ਆਪਾਂ ਟੱਚ ਕਰਨਾ ਹੈ। ਦੇਖੋ ਕਿੱਥੇ ਕਰ ਰਿਹਾ ਹੈ ਜੀ ਤਾਪਮਾਨ ਵਾਲੀ ਟਾਈਪ, ਇਹ ਵਾਲੀ ਆ ਰਿਹਾ ਜੀ। ਹੁਣ ਇਸ ਜਗ੍ਹਾ 'ਤੇ ਆਪਣੇ को ਤਾਪਮਾਨ ਕਿੰਨਾ ਹੈ, ਦੇਖੋ ਇਹ 36 ਅਤੇ 37 ਦੇ ਵਿਚਕਾਰ ਹੈ। ਇਟ ਮੀਨ 1:30 ਤੇ ਆਪਣੇ को जो ਤਾਪਮਾਨ ਹੈ ਕਿੰਨਾ ਆਏਗਾ 36.5 ਡਿਗਰੀ ਸੈਲਸੀਅਸ, 36.5 ਡਿਗਰੀ ਸੈਲਸੀਅਸ ਨੂੰ ਆਪਣੇ को ਆਂਸਰ ਆ ਜਾਏਗਾ ਜੀ। ਸੋ ਅਗਲਾ ਕੁਐਸਚਨ ਇਸ ਤਰ੍ਹਾਂ ਹੈ ਜੀ। ਹੇਠਾਂ ਲਿਖੇ ਬਿੰਦੂਆਂ ਨੂੰ ਵਰਗੀਕ੍ਰਿਤ ਕਾਗਜ਼ 'ਤੇ ਅੰਕਿਤ ਕਰੋ ਤੇ ਦੇਖੋ ਕਿ ਉਹ ਸਾਰੇ ਇੱਕ ਹੀ ਰੇਖਾ ਦੇ ਵਿੱਚ ਹਨ। ਜੇ ਹਨ ਤਾਂ ਉਹਨਾਂ ਨੂੰ ਨਾਮ ਦਿਓ। A ਦਿੱਤਾ ਹੋਇਆ ਹੈ A ਬਿੰਦੂ 1,1, B ਬਿੰਦੂ 1,2, C ਬਿੰਦੂ 1,3 ਤੇ D ਬਿੰਦੂ 1,4। Plot the following points and verify if they lie on a line. If they lie on a line, name it। ਤੇ ਇਸ ਨੂੰ ਆਪਾਂ ਨੂੰ 4 ਪੁਆਇੰਟਸ ਦਿੱਤੇ ਹੋਏ ਹਨ। ਇਹਨਾਂ 4 ਪੁਆਇੰਟਸ ਨੂੰ ਆਪਾਂ ਇਹ ਜੋ ਗ੍ਰਾਫ ਹੈ ਇਸ ਦੇ ਉੱਪਰ ਪੁਆਇੰਟ ਕਰਨਾ ਹੈ, ਅੰਕਿਤ ਕਰਨਾ ਹੈ ਤੇ ਫਿਰ ਚੈੱਕ ਕਰਨਾ ਹੈ ਕਿ ਇਹ ਇੱਕ ਹੀ ਲਾਈਨ ਦੇ ਵਿੱਚ ਹਨ, ਤੇ ਜੇ ਇੱਕ ਹੀ ਲਾਈਨ ਦੇ ਵਿੱਚ ਹਨ ਤਾਂ ਉਸ ਲਾਈਨ ਦਾ ਕੀ ਨਾਮ ਆਏਗਾ। ਤੇ ਇਸ ਤੋਂ ਆਓ ਪਹਿਲਾਂ ਇਸ ਗ੍ਰਾਫ ਨੂੰ ਆਪਾਂ ਥੋੜ੍ਹਾ ਜਿਹਾ ਜ਼ੂਮ ਕਰ ਲੈਣੇ ਹਨ। ਜ਼ੂਮ ਕਰਕੇ ਆਪਾਂ ਇਸ ਦੇ ਵਿੱਚ ਇਹ ਚਾਰੋਂ ਹੀ ਜੋ ਪੁਆਇੰਟਸ ਹਨ ਉਹਨਾਂ ਨੂੰ ਡਰਾ ਕਰਦੇ ਹਨ, ਪੁਆਇੰਟ ਕਰਦੇ ਹਾਂ ਜੀ ਇਹਨਾਂ 4 ਪੁਆਇੰਟਸ ਨੂੰ। ਸੋ ਪਹਿਲਾ ਪੁਆਇੰਟ ਆਪਣੇ को है जी A 1,1, वो अपने को देखो कितने आ जाएगा, वो इस जगह पे आ जाएगा जी। A पॉइंट आ जाएगा 1,1। इसी तरह जो B है वो 1,2 आ जाएगा। X वाल 1 ते Y वाल अपने को 2, ये इस जगह आ जाएगा जी अपने को B पॉइंट। ये कितना आ जाएगा 1,2। इसी तरह C अपने को है जी 1,3, C पॉइंट इत्थे आ जाएगा। X वाल 1 ते Y वाल अपने को 3 ਤੇ D ਪੁਆਇੰਟਸ ਨੂੰ ਆਪਣੇ को है जी X वाल 1 ਤੇ Y वाल ਆਪਣੇ को 4। D ਪੁਆਇੰਟ ਆਪਣੇ को ਇਸ ਜਗ੍ਹਾ ਆ ਜਾਏਗਾ ਜੀ। ਤਾਂ ਇਹ ਹੁਣ ਆਪਣੇ ਕੋਲ ਆ ਗਈ ਹੈ ਜੀ ABCD ਪੁਆਇੰਟ ਨੂੰ ਆਪਾਂ ਪਲਾਟ ਕਰ ਲਿਆ ਹੈ ਵਰਗੀਕ੍ਰਿਤ ਕਾਗਜ਼ 'ਤੇ। ਅਤੇ ਹੁਣ ਆਪਾਂ ਨੂੰ ਨਜ਼ਰ ਆ ਰਿਹਾ ਹੈ ਕਿ ਇਹ ਚਾਰੋਂ ਹੀ ਕੀ ਕਰਨ, ਇੱਕ ਹੀ ਲਾਈਨ ਦੇ ਵਿੱਚ ਆ ਰਹੇ ਹਨ। ਦੇਖੋ ਇਹ ਲਾਈਨ ਮੈਂ ਡਰਾ ਕਰ ਰਿਹਾ ਹਾਂ A ਤੋਂ ਲੈ ਕੇ D ਤੱਕ, ਇੱਕ ਹੀ ਲਾਈਨ ਦੇ ਵਿੱਚ ਆ ਰਹੇ ਹਨ। ਅਤੇ ਹੁਣ ਇਸ ਲਾਈਨ ਦਾ ਆਪਾਂ ਨਾਮ ਕੀ ਰੱਖਣਾ ਹੈ। ਜਿਸ ਬਿੰਦੂ ਤੋਂ ਸਟਾਰਟ ਹੋ ਰਹੇ ਹਨ ਉਹ A ਹੈ, ਜਿੱਥੇ ਜੋ ਲਾਈਨ ਹੈ ख़त्म ਹੋ ਰਹੀ ਹੈ ਉਹ D ਹੈ। ਇਟ ਮੀਨ ਇਸ ਲਾਈਨ ਦਾ ਜੋ ਨਾਮ ਹੈ ਉਹ ਆ ਜਾਏਗਾ AD। ਲਾਈਨ ਦਾ ਨਾਮ AD ਆ ਜਾਏਗਾ ਅਤੇ ਇਹ ਚਾਰੋਂ ਇੱਕ ਹੀ ਲਾਈਨ ਦੇ ਵਿੱਚ ਲਾਈ ਕਰ ਰਹੇ ਹਨ ਜੀ। ਸੋ ਅਗਲਾ ਕੁਐਸਚਨ ਇਸ ਤਰ੍ਹਾਂ ਹੈ ਜੀ। ਕਿਸੇ ਡਿਪਾਰਟਮੈਂਟਲ ਸਟੋਰ 'ਤੇ ਖਰੀਦਦਾਰੀ ਕਰਨ ਲਈ ਆਏ ਵਿਅਕਤੀਆਂ ਨੂੰ ਇਸ ਪ੍ਰਕਾਰ ਅੰਕਿਤ ਕੀਤਾ ਜਾਂਦਾ ਹੈ। ਪੁਰਸ਼ ਨੂੰ M ਦੇ ਨਾਲ, ਔਰਤਾਂ ਨੂੰ W ਦੇ ਨਾਲ, ਲੜਕੇ ਨੂੰ B ਦੇ ਨਾਲ ਅਤੇ ਲੜਕੀਆਂ ਨੂੰ G ਦੇ ਨਾਲ। ਹੇਠ ਲਿਖੀ ਸੂਚੀ ਉਹਨਾਂ ਖਰੀਦਦਾਰਾਂ ਨੂੰ ਦਰਸਾਉਂਦਾ ਹੈ ਜੋ ਸਵੇਰ ਦੇ ਸਮੇਂ ਵਿੱਚ ਆਏ ਸਨ। ਇਹ ਆਪਾਂ ਨੂੰ ਸੂਚੀ ਦਿੱਤੀ ਹੋਈ ਹੈ ਜੀ। ਉਹ ਜੋ ਖਰੀਦਦਾਰ ਕਿਸ ਦੇ ਅਕੋਰਡਿੰਗ ਆਏ ਸਨ। ਪਹਿਲਾਂ ਦੇਖੋ WWW ਮਤਲਬ ਪਹਿਲਾਂ 3 ਵੂਮੈਨ ਆਈਆਂ ਹਨ, ਫਿਰ ਇੱਕ ਗਰਲ, ਫਿਰ ਇੱਕ ਬੋਆਏ, ਇਸ ਤਰ੍ਹਾਂ ਖਰੀਦਦਾਰੀ ਕਰਨ ਆਏ ਹਨ। ਅਤੇ ਇਹ ਸਾਰਾ ਆਪਾਂ ਨੂੰ ਜੋ ਡਾਟਾ ਦਿੱਤਾ ਹੋਇਆ ਹੈ
ਮਿਲਾਣ ਚਿੰਨ੍ਹਾਂ ਦੀ ਵਰਤੋਂ ਕਰਦੇ ਹੋਏ ਇੱਕ ਬਾਰੰਬਾਰਤਾ ਵੰਡ ਸਾਰਣੀ ਬਣਾਓ। ਇੱਕ ਆਪਾਂ ਬਾਰੰਬਾਰਤਾ ਵੰਡ ਸਾਰਣੀ ਬਣਾਉਣੀ ਹੈ ਇਹਨਾਂ ਅੰਕੜਿਆਂ ਨੂੰ ਦੇਖ ਕੇ, ਅਤੇ ਇਸ ਨੂੰ ਦਰਸਾਉਂਦਾ ਇੱਕ ਛੜ ਗ੍ਰਾਫ ਖਿੱਚੋ। ਇੱਕ ਆਪਾਂ ਛੜ ਗ੍ਰਾਫ ਬਣਾਉਣਾ ਹੈ। ਅਤੇ ਇੰਗਲਿਸ਼ ਵਿੱਚ ਸਟੇਟਮੈਂਟ ਇਸ ਤਰ੍ਹਾਂ ਹੈ, ਦ ਸ਼ਾਪਰਸ ਹੂ ਕੇਮ ਟੂ ਦ ਡਿਪਾਰਟਮੈਂਟਲ ਸਟੋਰ ਆਰ ਮਾਰਕਡ ਐਜ਼ ਮੈਨ ਫॉर M, M ਫॉर ਮੈਨ, ਵੂਮੈਨ ਲਈ W, ਬॉय ਲਈ B ਅਤੇ ਗਰਲ ਲਈ G। The following list give the shoppers who came during the first hour in the morning। ਇਹ ਆਪਾਂ ਨੂੰ ਉਹ ਸਾਰੇ ਜੋ ਖਰੀਦਦਾਰ ਹਨ, ਜੋ ਸ਼ਾਪਰਸ ਹਨ, ਉਹ ਦਿੱਤੇ ਹੋਏ ਹਨ ਉਹਨਾਂ ਨੂੰ ਸੀਰੀਅਲ ਆਰਡਰ ਵਿੱਚ। ਮੇਕ ਅ ਫ੍ਰੀਕੁਐਂਸੀ ਡਿਸਟਰੀਬਿਊਸ਼ਨ ਟੇਬਲ ਯੂਜ਼ਿੰਗ ਦਾ ਟੈਲੀ ਮਾਰਕਸ ਐਂਡ ਡਰਾ ਅ ਬਾਰ ਗ੍ਰਾਫ ਟੂ ਇਲਸਟ੍ਰੇਟ। ਇਸ ਨੂੰ ਆਪਾਂ ਫ੍ਰੀਕੁਐਂਸੀ ਡਿਸਟਰੀਬਿਊਸ਼ਨ ਟੇਬਲ ਵੀ ਬਣਾਉਣਾ ਹੈ, ਜਿਸ ਨੂੰ ਬਾਰੰਬਾਰਤਾ ਵੰਡ ਸਾਰਣੀ ਕਹਿ ਦਿੰਦੇ ਹਨ, ਅਤੇ ਇੱਕ ਆਪਾਂ ਬਣਾਉਣਾ ਇਸ ਦਾ ਬਾਰ ਗ੍ਰਾਫ, ਜਿਸ ਨੂੰ ਆਪਾਂ ਪੰਜਾਬੀ ਦੇ ਵਿੱਚ ਛੜ ਗ੍ਰਾਫ ਕਹਿ ਦਿੰਦੇ ਹਨ ਜੀ। ਅਤੇ ਆਓ ਦੇਖਦੇ ਹਾਂ ਕਿ ਇਸ ਕੁਐਸਚਨ ਨੂੰ ਕਿਸ ਤਰ੍ਹਾਂ ਸੋਲਵ ਕਰਨਾ ਹੈ ਜੀ। ਸੁਣਾਓ, ਹੁਣ ਪਹਿਲਾਂ ਆਪਾਂ ਬਾਰੰਬਾਰਤਾ ਵੰਡ ਸਾਰਣੀ ਤਿਆਰ ਕਰਨੀ ਹੈ ਜੀ, ਫ੍ਰੀਕੁਐਂਸੀ ਡਿਸਟਰੀਬਿਊਸ਼ਨ ਟੇਬਲ। ਅਤੇ ਇਸ ਦੇ ਲਈ ਨੀਚੇ ਆਪਾਂ ਟੇਬਲ ਬਣਾ ਲਿਆ ਹੈ ਜੀ। ਪਹਿਲਾਂ ਆਪਾਂ ਲਿਖ ਰਹੇ ਹਨ ਉਹ ਸਾਰੇ ਹੀ ਖਰੀਦਦਾਰ। ਦੂਸਰੇ ਨੰਬਰ 'ਤੇ ਆਪਣੇ ਕੋਲ ਹੈ ਜੀ ਬਾਰੰਬਾਰਤਾ ਵੰਡ ਸਾਰਣੀ ਵਿੱਚ ਮਿਲਾਣ ਚਿੰਨ੍ਹ। ਅਤੇ ਤੀਸਰੇ ਨੰਬਰ 'ਤੇ ਆਪਣੇ ਕੋਲ ਹੈ ਬਾਰੰਬਾਰਤਾ ਫ੍ਰੀਕੁਐਂਸੀ। ਹੁਣ ਨੀਚੇ ਦੇਖੋ ਆਪਣੇ ਕੋਲ ਜੋ ਖਰੀਦਦਾਰ ਹਨ ਆਪਾਂ ਲਿਖ ਲਏ ਹਨ। M ਜੋ ਹੈ ਉਹ ਮੈਨ ਪੁਰਸ਼ਾਂ ਲਈ ਹੈ, ਵੂਮੈਨ ਲਈ, B ਬॉयਜ਼ ਲਈ ਅਤੇ G ਆਪਣੇ ਕੋਲ ਗਰਲਸ ਲਈ। ਹੁਣ ਆਪਾਂ ਕੀ ਕਰਨਾ ਹੈ, ਜੋ ਉੱਪਰ ਆਪਾਂ ਨੂੰ ਜੋ ਡਿਪਾਰਟਮੈਂਟਲ ਸਟੋਰ ਦੇ ਵਿੱਚ ਜਿਸ ਆਰਡਰ ਦੇ ਵਿੱਚ ਉਹ ਲੋਕ ਨਾਲ ਵਿਜ਼ਿਟ ਕੀਤਾ ਹੈ ਉਹਦੇ ਅਕੋਰਡਿੰਗ ਆਪਾਂ ਉੱਪਰੋਂ ਇੱਕ ਇੱਕ ਕਰਕੇ ਉਹਨਾਂ ਨੂੰ ਕੱਟੀ ਜਾਣਾ ਹੈ, ਅਤੇ ਨੀਚੇ ਆਪਾਂ ਜੋ ਟੇਬਲ ਹੈ ਉਸ ਦੇ ਵਿੱਚ ਟੈਲੀ ਮਾਰਕਸ ਲਗਾ ਦੇਣੇ ਹੈ। ਪਹਿਲਾਂ ਦੇਖੋ ਆਪਣੇ ਕੋਲ ਪਹਿਲਾ ਦੇਖੋ ਨੰਬਰ W ਹੈ। W ਨੂੰ ਆਪਾਂ ਕੱਟ ਕੇ W ਦੇ ਵਿੱਚ ਆਪਾਂ ਇੱਕ ਟੈਲੀ ਮਾਰਕਸ ਲਗਾ ਦੇਣਾ ਹੈ। ਟੈਲੀ ਮਾਰਕਸ ਇਸ ਤਰ੍ਹਾਂ ਸਿੱਧੀ ਲਾਈਨ ਨੂੰ ਆਪਾਂ ਟੈਲੀ ਮਾਰਕਸ ਕਹਿ ਦਿੰਦੇ ਹਨ। ਫਿਰ ਇੱਕ ਦੂਸਰੀ ਵੂਮੈਨ ਆਪਾਂ ਇਸ ਤਰਫ ਦੂਜੀ W ਵਿੱਚ ਫਿਰ ਆਪਾਂ ਇੱਕ ਟੈਲੀ ਮਾਰਕਸ ਲਗਾ ਦਿੱਤਾ। ਫਿਰ W ਆ ਗਿਆ ਆਪਣੇ ਕੋਲ ਤੀਜੇ ਨੰਬਰ 'ਤੇ। W ਨੂੰ ਕੱਟ ਕੇ ਆਪਾਂ ਨੀਚੇ ਇੱਕ ਟੈਲੀ ਮਾਰਕਸ ਲਗਾ ਦਿੱਤਾ। ਨੈਕਸਟ ਇੱਕ ਆਪਣੇ ਕੋਲ G ਹੈ ਜੀ। G ਨੂੰ ਕੱਟ ਕੇ ਆਪਾਂ ਜੋ ਗਰਲ ਵਾਲਾ ਬਾਕਸ ਹੈ ਉਸ ਦੇ ਵਿੱਚ ਇੱਕ ਟੈਲੀ ਮਾਰਕਸ ਲਗਾ ਦੇਣਾ ਹੈ। ਇਸੇ ਤਰ੍ਹਾਂ ਅੱਗੇ ਬॉयਜ਼ ਹੈ, ਬॉयਜ਼ ਨੂੰ ਕੱਟ ਕੇ B ਵਾਲੇ ਬਾਕਸ ਵਿੱਚ ਆਪਾਂ ਟੈਲੀ ਮਾਰਕਸ ਲਗਾਤਾ। ਫਿਰ ਅੱਗੇ W ਵਾਲੇ ਖਾਨੇ ਵਿੱਚ ਆਪਾਂ ਲਗਾਤਾ। ਹੁਣ ਫਿਰ ਅੱਗੇ ਦੇਖੋ W ਹੈ। ਹੁਣ ਸੁਣ, ਜਦੋਂ ਆਪਣੇ ਕੋਲ ਪੰਜਵਾਂ ਟੈਲੀ ਮਾਰਕਸ ਜੀ ਆਪਾਂ ਸੇਮ ਹੀ ਬਾਕਸ ਵਿੱਚ ਲਗਾਉਣਾ ਹੈ, ਅਤੇ ਉਸ ਦੇ ਲਈ ਆਪਾਂ ਇੱਕ ਤਿਰਛੀ ਲਾਈਨ ਲਗਾਉਣੀ ਹੈ ਜੋ ਕਿ ਪਹਿਲੀਆਂ 4 ਲਾਈਨਾਂ ਨੂੰ ਕੱਟ ਦੇਗੀ। ਇਸ ਤਰ੍ਹਾਂ ਇਹ ਜੋ ਹੈ ਇਹ ਪੰਜਵੀਂ ਆਪਣੇ ਕੋਲ ਟੈਲੀ ਮਾਰਕਸ ਲੱਗ ਗਿਆ ਹੈ ਜੀ। ਅੱਗੇ ਫਿਰ ਦੇਖੋ ਆਪਣੇ ਕੋਲ M ਆ ਗਿਆ ਹੈ ਜੀ। M ਵਾਲੇ ਖਾਨੇ 'ਚ ਆਪਾਂ ਇੱਕ ਲਗਾ ਦੇਣਾ ਹੈ। ਫਿਰ ਅੱਗੇ G ਵਾਲੇ ਬਾਕਸ ਵਿੱਚ ਆਪਾਂ ਇੱਕ ਟੈਲੀ ਮਾਰਕਸ ਲਗਾਤਾ। ਫਿਰ ਅੱਗੇ G ਨੂੰ ਕੱਟ ਕੇ G ਵਾਲੇ ਬਾਕਸ ਵਿੱਚ ਟੈਲੀ ਮਾਰਕਸ। ਫਿਰ M ਵਾਲੇ ਬਾਕਸ ਵਿੱਚ। ਫਿਰ M ਵਾਲੇ ਬਾਕਸ ਵਿੱਚ। ਫਿਰ W ਵਾਲੇ ਬਾਕਸ ਵਿੱਚ ਇੱਕ। ਫਿਰ W, ਫਿਰ ਸੁਣ W, ਦੈਨ ਅਗੇਨ W, ਫਿਰ ਸੁਣ G ਆ ਗਿਆ ਆਪਣੇ ਕੋਲ G, ਫਿਰ B ਆ ਗਿਆ, ਦੈਨ M, ਫਿਰ ਦੇਖੋ ਹੁਣ W ਵਿੱਚ ਫਿਰ ਹੁਣ ਦੇਖੋ 4 ਪਹਿਲਾਂ ਲੱਗ ਚੁੱਕੇ ਹਨ। ਫਿਰ ਆਪਾਂ ਪੰਜਵਾਂ ਇਸ ਤਰ੍ਹਾਂ ਲਗਾ ਦੇਣਾ ਹੈ ਜੀ। ਫਿਰ B ਵਾਲੇ 'ਚ, ਫਿਰ ਇੱਕ G ਵਾਲੇ 'ਚ ਦੇਖੋ ਪਹਿਲਾਂ 4 ਲੱਗ ਚੁੱਕੇ ਹਨ। ਹੁਣ ਪੰਜਵਾਂ ਇਸ ਤਰ੍ਹਾਂ ਲਗਾ ਦੇਣਾ ਹੈ ਜੀ। ਫਿਰ G ਵਾਲੇ 'ਚ ਇੱਕ ਹੋਰ ਆ ਜਾਏਗਾ। ਫਿਰ M ਵਿੱਚ ਦੇਖੋ 4 ਲੱਗ ਚੁੱਕੇ ਹਨ, ਅਤੇ ਇਸ ਤਰ੍ਹਾਂ ਆਪਾਂ ਪੰਜਵਾਂ ਲਗਾ ਦੇਣਾ ਹੈ। ਇਸ ਤਰ੍ਹਾਂ ਸੁਣ ਆਪਾਂ ਸਾਰੇ ਹੀ ਜੋ ਐਲਫਾਬੈਟਸ ਹਨ ਉਹਨਾਂ ਨੂੰ ਇੱਕ ਇੱਕ ਕੱਟ ਕੇ ਆਪਾਂ ਸਾਰੇ ਹੀ ਜੋ ਬਾਕਸ ਹੈ ਇਹ ਟੈਲੀ ਮਾਰਕਸ ਲਗਾ ਲੈਣੇ ਹਨ। ਅਤੇ ਹੁਣ ਮੈਂ ਸਾਰੇ ਹੀ ਕੱਟ ਕੇ ਇੱਕ ਵਾਰ ਲਗਾ ਰਿਹਾ ਹਾਂ ਸਾਰੇ ਹੀ ਟੈਲੀ ਮਾਰਕਸ। ਹੁਣ ਆਪਾਂ ਸਾਰੇ ਹੀ ਟੈਲੀ ਮਾਰਕਸ ਲਗਾ ਲਏ ਹਨ ਉੱਪਰੋਂ ਦੇਖੋ ਕੱਟ ਕੇ, ਅਤੇ ਤੁਸੀਂ ਆਪਣੇ ਜੋ ਟੈਲੀ ਮਾਰਕਸ ਹੈ ਇਸ ਦੇ ਨਾਲ ਮੈਚ ਕਰ ਲੈਣੇ ਹਨ। ਹੁਣ ਦੇਖੋ ਆਪਾਂ ਫ੍ਰੀਕੁਐਂਸੀ ਜੋ ਬਾਰੰਬਾਰਤਾ ਵਾਲਾ ਕਿਸ ਤਰ੍ਹਾਂ ਤਿਆਰ ਕਰਨਾ ਹੁੰਦਾ ਹੈ ਬਾਕਸ। ਇਹ ਜੋ ਆਪਣੇ ਟੈਲੀ ਮਾਰਕਸ ਹੈ ਇਹਨਾਂ ਨੂੰ ਕਾਊਂਟ ਕਰਕੇ ਆਪਾਂ ਇੱਥੇ ਲਿਖ ਦੇਣਾ ਹੈ। ਦੇਖੋ ਪਹਿਲੇ ਵਿੱਚ ਕਿੰਨੇ ਆ ਰਹੇ ਹਨ, ਜੋ ਇਹ 5, 10, 15। ਇਟ ਮੀਨ ਪਹਿਲੇ ਵਿੱਚ ਆਪਣੇ ਕੋਲ 15 ਆ ਜਾਏਗਾ ਜੀ। ਦੇਖੋ ਪਹਿਲੇ ਵਿੱਚ 15। ਫਿਰ ਆਪਾਂ ਦੂਸਰੇ ਹੁਣ ਜੋ ਵੂਮੈਨ ਹੈ ਉਹਨਾਂ ਨੂੰ ਕਾਊਂਟ ਕਰ ਲੈਣਾ ਹੈ। ਫਿਰ ਦੇਖੋ ਕਾਊਂਟ ਕਰਕੇ ਦੇਖੋ ਆਪਣੇ ਕੋਲ ਕਿੰਨੇ ਆ ਰਹੇ ਹਨ ਜੀ। 5, 10, 15, 20, 25 ਅਤੇ ਨਾਲ 3 28 ਆ ਰਿਹਾ ਹੈ। ਇਟ ਮੀਨਸ ਹੁਣ ਆਪਣੇ ਕੋਲ ਇਹ ਕਿੰਨੇ ਆ ਜਾਣਗੇ ਟੋਟਲ ਆਪਣੇ ਕੋਲ ਇਸ ਦੇ ਵਿੱਚ 28 ਆ ਜਾਣਗੇ। ਇਸੇ ਤਰ੍ਹਾਂ ਜੋ ਬॉयਜ਼ ਹੈ ਬॉयਜ਼ ਦੇ ਵਿੱਚ ਆਪਣੇ ਕੋਲ 5 ਆ ਜਾਏਗਾ, ਅਤੇ ਗਰਲਸ ਦੇ ਸਾਹਮਣੇ ਦੇਖੋ ਕਿੰਨੇ ਆ ਗਏ ਆਪਣੇ ਕੋਲ ਟੈਲੀ ਮਾਰਕਸ 12। ਇਟ ਮੀਨ ਇਹ ਆਪਣੇ ਕੋਲ ਟੋਟਲ ਕੁੱਲ ਕਿੰਨੇ ਆ ਗਏ ਹਨ। ਸੁਣੋ ਆਪਣੇ ਕੋਲ ਸਾਰਿਆਂ ਨੂੰ ਆਪਾਂ ਜੋੜਾਂਗੇ ਅਤੇ ਟੋਟਲ ਆਪਣੇ ਕੋਲ 60 ਆ ਜਾਏਗਾ। ਟੋਟਲ ਆਪਣੇ ਕੋਲ ਕਿੰਨੇ ਆ ਗਏ ਹਨ 60 ਆ ਗਏ ਹਨ। ਇਸ ਤੋਂ ਆਪਣੇ ਕੋਲ ਹੁਣ ਜੋ ਫ੍ਰੀਕੁਐਂਸੀ ਡਿਸਟਰੀਬਿਊਸ਼ਨ ਟੇਬਲ ਤਿਆਰ ਹੋ ਗਿਆ ਹੈ, ਅਤੇ ਹੁਣ ਆਪਾਂ ਤਿਆਰ ਕਰਨਾ ਹੈ ਇਸ ਦਾ ਛੜ ਗ੍ਰਾਫ ਬਾਰ ਗ੍ਰਾਫ।
तो आओ स्टूडेंट हुण जो बारंबारता वंड सारणी बनाई है उसका आपां छड़ ग्राफ तैयार करना है जी। छड़ ग्राफ के लिए आपां जो नीचे है वो लै लेने हैं जी खरीददार, नीचे जो खरीददार लै लेने हैं इस तरफ आपां, तो उपर की तरफ आपां लैने हैं खरीददारां की गिणती, किन्ने किन्ने खरीददार किहड़े किहड़े हैं जी अपने को लै लए हैं। इस जगह आपां 0 तो स्टार्ट करना है, 0 5 5 5 का आपां गैप लै रहे हैं, 5 10 15 20 25 30। देखो मैक्सीमम नंबर अपने को किहड़ा है, सब तो वड्डा नंबर 28, इसलिए आपां मैक्सीमम 30 तक लै लिया जी। हुण पहला जो खरीददार है देखो अपने को एम मैन है जी, पुरुष है, तो पुरुष देखो किन्ने हैं अपने को 15 तक, तो पहला आपां 15 तक इसका ग्राफ ड्रॉ कर लेना है जी। 15 तक ये देखो ये ड्रॉ कर रहा है जी आपां एम दे लई, ये ड्रॉ कर रहा है, ये किसनूं रिप्रैजेंट कर रहा है, पुरुषां नूं। ये जो बार ग्राफ है वो पुरुषां नूं रिप्रैजेंट कर रहा है। दूसरा अपने को है जी वोमन, वोमन देखो अपने को किन्ने हैं 28, तो 28 अपने को की है 25 ਅਤੇ 30 ਦੇ ਵਿੱਚ ਆ ਜਾਏਗਾ। ਬਾਰ ਗ੍ਰਾਫ ਦੇ ਵਿੱਚ ਆਪਾਂ ਗੈਪ ਛੱਡਣਾ ਹੁੰਦਾ ਹੈ ਜੀ, ਇੱਕ ਬਾਰ ਲੈਣਾ ਹੈ ਤੇ ਇੱਕ ਬਾਰ ਇੱਕ ਛੜ ਆਪਾਂ ਵਿੱਚੋਂ ਛੱਡ ਦੇਣੀ ਹੈ, ਫਿਰ ਅਗਲੀ ਛੜ ਦੇਖੋ ਕਿਹੜੀ ਆਏਗੀ 28 ਤੱਕ ਜਾਏਗੀ। ਅਗਲੀ ਛੜ ਆਪਣੇ को 25 ਅਤੇ 30 ਦੇ बिल्कुल सेंटर ਜਿਹਦੇ ਵਿੱਚ अपने को ये आ जाएगा इस जगह तक। ये अपने को सुन 28 आ गया है, पहला अपने को 15 आ गया सी, दूसरा अपने को 28 आ गया है जी। ये वाला जो है ये अपने को किस नूं रिप्रैजेंट कर रहा है, ये जो छड़ ग्राफ ये जो छड़ है रिप्रैजेंट कर रही है अपने को वोमेंस नूं। तीसरा देखो अपने को बॉयज़ है जी, बॉयज़ लई किन्ने 5 है, तो देखो 5 लई आपां फिर एक विचों ग्राफ एक छड़ छड़ देनी है, अगली छड़ आपां 5 तक लैनी है। ये देखो ये वाली जो छड़ है किस नूं रिप्रैजेंट कर रही है, बॉयज़ नूं। 5 बॉयज़ हैं अपने को सिर्फ। तो नैक्सट अपने को है जी गर्ल्स, गर्ल्स कितनी हैं अपने को 12, तो अगली छड़ जो है वो अपने को 12 नूं रिप्रैजेंट करेगी। तो ये देखो अपने को एक आपां विचों गैप छड़ देना है जी, छड़ के अगली छड़ आपां 12 तक ले जानी है, तो 12 तक देखो 10 ਅਤੇ 15 ਦੇ ਵਿੱਚ होएगा 12 अपने को। ये स्टूडेंट छड़ अपने को रिप्रैजेंट कर रही है जी गर्ल्स नूं। तो ये स्टूडेंट अपने को तैयार हो गया है जी इसका छड़ ग्राफ, जिसनूं इंग्लिश विच कह देने हैं बार ग्राफ। स्टूडेंट अगला क्वेश्चन इस तरह है जी, एक खास दिन ਵਿੱਚ ਕਿਸੇ ਬੇਕਰੀ ਦੀ ਦੁਕਾਨ ਦੇ ਵਿੱਚ ਹੋਈਆਂ ਵੱਖ-ਵੱਖ ਵਸਤੂਆਂ ਦੀ ਵਿਕਰੀ ਰੁਪਇਆਂ ਵਿੱਚ ਹੇਠਾਂ ਦਿੱਤੀ ਗਈ ਹੈ। ਇਹਨਾਂ ਅੰਕੜਿਆਂ ਲਈ ਇੱਕ ਪਾਈ ਚਾਰਟ ਬਣਾਓ। ਔਨ ਅ ਪਰਟੀਕੂਲਰ ਡੇ the sales in rupees of different items of a baker shop are given below. Draw a pie chart for these items for this data. ਇਹ ਨੀਚੇ ਜੋ ਆਈਟਮ ਲਿਖੀਆਂ ਹੋਈਆਂ ਹਨ ਕਿੰਨੇ ਕਿੰਨੇ ਰੁਪਏ ਦੀਆਂ ਵਿਕੀਆਂ ਹਨ, ਇਹ ਸਾਰਾ ਕੁਝ ਆਪਾਂ ਨੂੰ ਦਿੱਤਾ ਹੋਇਆ ਹੈ ਜੀ। ਜੋ ਬ੍ਰੈਡ ਹੈ ਉਹ ਆਰਡੀਨਰੀ ਬ੍ਰੈਡ ਜੋ ਹੈ ਉਹ 320 ਰੁਪਏ ਦੀ ਵਿਕੀ ਹੈ, ਫਰੂਟ ਬ੍ਰੈਡ 80 ਰੁਪਏ ਦੀ, ਕੇਕ ਅਤੇ ਪੇਸਟਰੀ 160 ਰੁਪਏ ਦੀ, ਬਿਸਕਿਟ 120 ਰੁਪਏ ਦੇ, ਹੋਰ ਅਦਰ ਆਈਟਮਸ ਵਿਕੀਆਂ ਹਨ 40 ਰੁਪਏ ਦੀਆਂ, ਤੇ ਕੁੱਲ ਜੋ ਵਿਕਰੀ ਹੋਈ ਹੈ ਉਹ ਸਟੂਡੈਂਟ ਹੋਈ ਆਪਣੇ ਕੋਲ 720 ਰੁਪਏ ਦੀ। ਇਹ ਸਾਰੇ ਡਾਟੇ ਨੂੰ ਆਪਾਂ ਇੱਕ ਪਾਈ ਚਾਰਟ ਦੇ ਉੱਪਰ ਡਰਾ ਕਰਨਾ ਹੈ। ਤੇ ਆਓ ਦੇਖਦੇ ਹਾਂ ਕਿ ਪਹਿਲਾਂ ਇਸ ਜੋ ਡਾਟਾ ਹੈ ਇਸ ਨੂੰ ਆਪਾਂ ਸੋਲਵ ਕਰਦੇ ਹਾਂ ਕਿ ਪਾਈ ਚਾਰਟ ਬਣਾਉਣ ਲਈ ਆਪਾਂ ਨੂੰ ਕੇਂਦਰੀ ਕੋਣ ਚਾਹੀਦਾ ਹੁੰਦਾ ਹੈ, ਸੈਂਟਰਲ ਐਂਗਲ। ਤੇ ਦੇਖਦੇ ਹਾਂ ਕਿ ਆਪਾਂ ਸੈਂਟਰਲ ਐਂਗਲ ਜੋ ਹੈ ਕੇਂਦਰੀ ਕੋਣ ਕਿਸ ਤਰ੍ਹਾਂ ਪਤਾ ਕਰਨਾ ਹੈ ਤੇ ਫਿਰ ਇਸ ਦਾ ਪਾਈ ਚਾਰਟ ਕਿਸ ਤਰ੍ਹਾਂ ਡਰਾ ਕਰਨਾ ਹੈ ਜੀ। ਸੋ ਪਾਈ ਚਾਰਟ ਬਣਾਉਣ ਲਈ ਸਭ ਤੋਂ ਪਹਿਲਾਂ ਆਪਾਂ ਜੋ ਇਹ ਟੇਬਲ ਤਿਆਰ ਕਰਨਾ ਹੈ ਜਿਸ ਦੇ ਵਿੱਚ ਆਪਾਂ ਸੈਂਟਰਲ ਜੋ ਐਂਗਲ ਹੈ ਕੇਂਦਰੀ ਕੋਣ ਪਤਾ ਕਰਨਾ ਹੈ ਜੀ। ਸਭ ਤੋਂ ਪਹਿਲਾਂ ਜੋ ਆਈਟਮਸ ਆਪਾਂ ਲਿਖ ਲਈਆਂ ਹਨ ਇਹਨਾਂ ਸਾਰੀਆਂ ਆਈਟਮਸ ਦਾ ਜੋੜ ਦੇਖੋ ਨੀਚੇ ਕਿੰਨਾ ਆ ਰਿਹਾ ਹੈ 720। ਹੁਣ ਕੇਂਦਰੀ ਕੋਣ ਆਪਾਂ ਕਿਸ ਤਰ੍ਹਾਂ ਪਤਾ ਕਰਨਾ ਹੈ ਜੀ। ਪਹਿਲੀ ਆਈਟਮ ਦਾ ਕਿੰਨੇ ਰੁਪਏ ਦੀ ਵਿਕੀ ਹੈ 320 ਰੁਪਏ ਦੀ, ਨੀਚੇ ਆਪਾਂ ਟੋਟਲ ਜੋੜ ਜਿੰਨਾ ਉਹ ਲਗਾ ਦੇਣਾ ਹੈ ਤੇ ਗੁਣਾ ਇਸ ਨੂੰ ਕਰ ਦੇਣਾ ਹੈ ਮਲਟੀਪਲਾਈ 360 ਡਿਗਰੀ ਦੇ ਨਾਲ। ਤੇ ਹੁਣ ਦੇਖੋ ਕਟਿੰਗ ਹੋ ਕੇ ਆਪਣੇ ਕੋਲ ਕਿੰਨਾ ਆ ਰਿਹਾ ਹੈ ਜੀ। ਸਾਰਿਆਂ ਵਿੱਚ ਆਪਾਂ ਸੇਮ ਕਰਨਾ ਹੈ ਕਿ ਪਹਿਲਾਂ ਆਈਟਮ ਲਿਖਣੀ ਹੈ ਬਟਾ ਆਪਾਂ ਟੋਟਲ ਕਰ ਦੇਣਾ ਹੈ ਜੀ। ਟੋਟਲ 720 ਹੈ ਤੇ ਹਮੇਸ਼ਾ ਉਸ ਨੂੰ ਕਿਸ ਦੇ ਨਾਲ ਗੁਣਾ ਕਰਨਾ ਹੈ 360 ਦੇ ਨਾਲ, ਸਾਰਿਆਂ ਨੂੰ ਆਪਾਂ ਗੁਣਾ ਕਰ ਦੇਣਾ ਹੈ ਜੀ। ਤੇ ਦੇਖੋ ਹੁਣ ਪਹਿਲੇ ਵਿੱਚ ਆਪਣੇ ਕੋਲ ਕਿੰਨਾ ਆ ਰਿਹਾ ਹੈ 320 ਬਟਾ 720 ਗੁਣਾ 360। ਤੇ ਹੁਣ ਤੁਹਾਨੂੰ ਨਜ਼ਰ ਆ ਰਿਹਾ ਹੈ ਕਿ 360 ਜੋ ਹੈ ਉਹ ਡਾਇਰੈਕਟਲੀ 720 ਨਾਲ ਕੱਟਿਆ ਜਾਏਗਾ 2 ਤੇ 2 ਦੇ ਪਹਾੜੇ ਵਿੱਚ ਉੱਪਰ 320 ਕੱਟਿਆ ਜਾਏਗਾ ਇਸ ਨੂੰ 160 ਨਾਲ। ਇਟ ਮੀਨ ਪਹਿਲਾਂ ਆਪਣੇ ਕੋਲ ਜੋ ਕੇਂਦਰੀ ਕੋਣ ਹੈ ਕਿੰਨਾ ਆਏਗਾ 160 ਡਿਗਰੀ ਆ ਜਾਏਗਾ। ਇਸੇ ਤਰ੍ਹਾਂ ਦੂਸਰਾ ਦੇਖੋ ਫਿਰ 180 ਦੇ ਬਟਾ ਫਿਰ ਆਪਾਂ 720 ਕਰ ਦੇਣਾ ਹੈ ਜੀ ਤੇ ਗੁਣਾ 360 ਨਾਲ ਕਰ ਦੇਣਾ ਉਸ ਨੂੰ। ਫਿਰ ਦੇਖੋ ਆਪਣੇ ਕੋਲ ਕੇਂਦਰੀ ਕੋਣ ਕਿੰਨਾ ਆਏਗਾ ਜੀ
फिर ये 360 जो है वो 720 ना कटिया जाएगा 2 ते, फिर 2 दे पहाड़े विच 80 कटिया जाएगा 40 ते। इट मीन दूसरा केंद्री कोण जो है वो कितना आ गया अपने को 40 डिग्री। इस तरह हुण तीसरे की गल करते हाँ। तीसरे विच अपने को देखो की है जी, तीसरे का अपने को 160 है बटा फिर आपां 720 कर देना है, तो इसकी फिर गुणा कर देनी है 360 दे नाल। देखो की आ रहा है कटिंग करके अपने को 360 की 720 ना कटिंग करांगे नीचे 2 आ जाएगा, 2 दे पहाड़े विच 60 160 कट्टिया जाएगा 80 ते, ये अपने को 80 डिग्री आ जाएगा जी। तो हुण लास्ट वाला देखो अपने को 120 तो बाद अपने को 40 भी है जी लास्ट विच। 120 बटा आपां फिर कर देना है 720, फिर 360 के नाल उसनूं गुणा कर देना है, तो गुणा करके देखो जी फिर अपने को कटिंग करके कितना आएगा, एक कटिंग करके 2 आ जाएगा, 2 दे पहाड़े विच 120 कटिया जाएगा 60 ते, इट मीन ये अपने को 60 डिग्री आ जाएगा। तो लास्ट हुण अपने को किहड़ा बच गया है जी 40, लास्ट विच अपने को की आ गया है 40 बच गया है 40। तो 40 बटा फिर आपां 720 कर देना है, तो गुणा 360 ना कर देना है, फिर कटिंग करके देखो जी अपने को कितना आ रहा है 20। तो ये सारे ही आपां कोण पता कर लए हैं, सेंट्रल एंगल जो हैं। तो हुण सुण ये सारे जो एंगल सेंट्रल एंगल पता कर लए हैं, इन्हां सारिਆਂ ਦਾ जोड़ कितना आउंदा है अपने को 360। देखो सारे ही जो कोण हैं इन्हां ਦਾ जोड़ करके अपने को 360 आएगा। तो इत्थे अपने को जो जोड़ है वो 720 आएगा 20 आ रहा सीगा। तो सारे जो सेंट्रल एंगल ते केंद्री कोण बनते हैं उन्हां ਦਾ जोड़ हमेशा 360 आउंदा है। तो हुण पहला कोण कितना है अपने को 160। आपां पहला इस तरफ इसनूं आपां डी दे नाल ड्रॉ करना है, को केंद्र तो आपां की करना है एक लाइन ड्रॉ कर देनी सीधी इस तरह। तो इत्थे आपां पहलां 160 का कोण बनाना है डी नाल, ये पहलां 160 का कोण अपने को तैयार हो जाएगा जी। हुण जो अगला कोण है वो जो 160 वाला कोण है उस तो अगे स्टार्ट करना है, अगला अपने को 40 है। हुण इस जगह तो ये जो पहला 160 वाला कोण है इस तो अगे आपां 40 होर ले जाना है, ये 40 वाला कोण अपने को आ गया है जी। इस तो अगला कोण फिर अपने को 80 है, जिथे अपने को ये 40 वाला कोण खत्म होया सी आपां उत्थों ही अगला कोण चकना है जी। तो ये देखो 140 वाला कोण अपने को इत्थों खत्म होया सीगा, इत्थों आपां अगे 80 डिग्री का कोण होर बना लेना है। तो ये अपने को 80 डिग्री का अगे कोण बन गया है जी। इस तरह अगला कोण जो अपने को है जी वो है 60 डिग्री का। ये जिथे हुण 80 डिग्री का कोण खत्म होएगा आपां डी नूं उत्थे रखना है, डी नूं इस जगह रख के अपने को इत्थों आपां 60 डिग्री का कोण बना देना है। तो ये अपने को जी 60 डिग्री का कोण बन जाएगा। तो जो लास्ट वाला कोण है उसनूं आपां नूं बनाउण दी जरूरत नहीं है, वो ऑटोमैटिकली अपने आप ही बन जाएगा। ये लास्ट जो कोण है अपने आप ही 20 डिग्री का आ जाएगा। तो इस तरह तुसीं ड्रॉ कर सकते हो। उसनूं जो भी आपां नूं डाटा दिता उसका आपां पाई चार्ट ड्रॉ कर दिता है। सेम वे नाल तुसीं कोई भी क्वेश्चन तुहानूं आएगा तो आपां सेम मैथड दे नाल ही उसका पाई चार्ट ड्रॉ करना है। इस तरह है जी, श्रीमती कौशिक दे कोल चित्र विच दर्शाए गए मापां वाला एक वर्गाकार प्लॉट है। वो प्लॉट दे विच एक घर बनाउणा चाहुंदी है। घर दे चारे पासे एक बगीचे नूं तैयार किया गया है। 55 रुपए प्रति वर्ग मीटर की दर नाल इस बगीचे नूं तैयार करन दा खर्च पता करो। मिसिस कौशिक हैज़ अ स्क्वेयर प्लॉट विद द मेजरमेंट एज शोन इन द फिगर। She wants to construct a house in the middle of the plot. A garden is developed around the house. Find the total cost of developing a garden around the house at the rate of rupees 55 per meter square। तो इस ਹੁਣ नीचे ਆਪਾਂ ਨੂੰ एक प्लॉट दिता है जी 25 बाय 25 का प्लॉट है। तो बिल्कुल सेंटर ਦੇ ਵਿੱਚ ਆਪਣੇ को एक घर बनाया गया है मिसिस कौशिक ਦੇ द्वारा 15 बाय 20 का घर बनाया गया है। तो बाहर जो शेडड रीजन है वो अपने को है जी गार्डन। तो आपां पता करना है ये जो बगीचा है गार्डन है इसनूं तैयार करन दा टोटल खर्च कितना आएगा। तो आओ इस क्वेश्चन को आपां सॉल्व करते हैं जी। सो क्वेश्चन दे विच आपां जो बगीचा है उसनूं तैयार करन दा खर्चा पता करना है। तो सब तो पहला आपां जो बगीचा है गार्डन है उसका आपां खेत्रफल पता करना है। तो उसके खेत्रफल का देखो आप फॉर्मूला लिख लेने हैं। फॉर्मूला है अपने को जो बगीचे का खेत्रफल है वो बराबर आएगा पूरा जो प्लाट है प्लाट का खेत्रफल उसके आप घटाओ कर देना माइनस कर देना है जी घर का खेत्रफल। तो हुण देखो अपने को जो स्टूडेंट अपने को प्लॉट का खेत्रफल है वो कितना आ जाएगा अपने को,
क्योंकि प्लॉट अपने को वर्गाकार है तो ये आ जाएगा जी भुजा गुणा भुजा। भुजा कितनी है इसलिए प्लॉट की अपने को 25, ये आ जाएगा 25 गुणा 25। इस तरह देखो हुण घर का खेत्रफल, घर की लंबाई ते चौड़ाई आपां नूं नज़र आ रही है 20 ते 15 है, तो इट मीन ये आयताकार घर है, ये आ जाएगा लंबाई गुणा चौड़ाई। तो ये देखो 25 गुणा 25 कितना आ जाएगा 625, तो 20 गुणा 15 कितना आ जाएगा 300। तो इस नूं हुण आपां इस नूं कढ़ा के अपने को कितना आ जाएगा जी 325 मीटर स्केयर। इस नूं अपने को आ गया है जी जो बगीचे का खेत्रफल। हुण बगीचे नूं तैयार करना उसका खर्च आपां पता करना है, बगीचे नूं तैयार करन दा खर्च जां कॉस्ट ऑफ डिवेलपिंग गार्डन। तो उस नूं अपने को कितना आएगा देखो जी कॉस्ट ऑफ डिवेलपिंग गार्डन जां बगीचे नूं तैयार करन दा खर्चा, कि बगीचे का जिन्ना अपने को खेत्रफल है उसनूं आपां किन्ने नाल गुणा कर देना है 55 दे नाल, जो कि आपां नूं क्वेश्चन दे विच ही कहा गया सीगा कि 1 मीटर स्केयर नूं तैयार करन दा खर्चा 55 रुपए है। अपने को आ गया है 325 मीटर स्केयर मीटर वर्ग, तो उसनूं आपां 325 दे नाल गुणा कर देना है, तो गुणा करके अपने को टोटल कितना खर्चा आ जाएगा इसनूं 17,875 रुपए। इन्हां नूं जदों आपां गुणा करांगे 325 नूं 55 दे नाल ते आ जाएगा 17,875। इस खर्चा बगीचे नूं तैयार करन दा टोटल खर्चा आ जाएगा जी। सो अगला क्वेश्चन इस तरह है जी, किसी भवन के फर्श से समचतुर्भुज आकार दीयां 3000 टाइलां हन। ये नीचे सुनो आपां नूं एक टाइल नज़र आ रही है समचतुर्भुज आकार की, तो इस विच हरेक विकरण 45 सेंटीमीटर ते 30 सेंटीमीटर लंबाई के हैं, जो कि तुहानूं डायग्राम दे विच नज़र आ रहे हैं। समचतुर्भुज आकार की टाइल है, इस दे विच एक जो विकरण है वो 45 सेंटीमीटर तो दूसरा विकरण जो है उसका 30 सेंटीमीटर लंबाई के हैं। 4 रुपए प्रति वर्ग मीटर की दर दे नाल इस फर्श नूं पालिश करन दा खर्चा पता करो। तो आपां पता करना है फर्श नूं पालिश करन दा खर्चा, जिस फर्श दे विच इस तरह दीयां कितनियां टाइल्स लगियां हुईयां हन 3000 टाइल। ये सिर्फ एक टाइल है, इस तरह दीयां 3000 टाइलां उत्थे लगियां हुईयां हन। तो इंग्लिश भी स्टेटमेंट इस तरह है जी, द फ्लोर ऑफ ए बिल्डिंग कंसिस्ट ऑफ 3000 टाइल्स विच आर rhombus shaped and each of its diagonals are 45 centimeter and 30 centimeter in length. Find the total cost of polishing the floor if the cost per meter square is ₹4। तो सब तो पहला सुन आपां पता करना है एक टाइल का एरिया, फिर उसनूं 3000 दे नाल मल्टीप्लाई करके अपने को 3000 टाइल का एरिया आ जाएगा, तो फिर आपां उसनूं 4 दे नाल मल्टीप्लाई करके उसकी आपां कॉस्ट फाइंड आउट करनी है पॉलिशिंग की। तो आओ देखते हैं कि इस क्वेश्चन को आपां किस तरह सॉल्व करना है जी। इसमें सब तो पहला आपां पता करना है जी एक टाइल का खेत्रफल। तो इसमें एक टाइल अपने को देखो किस शेप की है जी समचतुर्भुज, या उसमें इंग्लिश में कहते हैं रोम्बस। तो एक टाइल का जो खेत्रफल है वो किस इक्वल टू आ जाएगा समचतुर्भुज का खेत्रफल। तो समचतुर्भुज का खेत्रफल का स्टूडेंट हुण आपां लगा देना है फॉर्मूला जी। फॉर्मूला की हुंदा है जी 1/2, क्योंकि दोनों विकरण आपां दिते हुए हैं D1 D2 गुणा पहला विकरण गुणा दूसरा विकरण, डायगनल्स दिते हुए हैं। तो 1/2 गुणा पहला विकरण सुन अपने को कितना है जी 45, तो दूसरा विकरण अपने को है जी 30। तो हुण देखो 2 दे पहाड़े में 2 एकम 2 तो 15 गुणा 30, 2 दे पहाड़े में 30 कट्टिया जाएगा 15 ते, तो ये अपने को सुन आ गया है जी 45 गुणा 15, 45 गुणा 15, तो इन्हों गुणा करके इसमें अपने को आ जाएगा 675 सेंटीमीटर स्क्वेयर। ये स्टूडेंट अपने को एक टाइल का खेत्रफल आया है 1 टाइल का। तो आपां पता करना है 3000 टाइल का 3000 टाइल का, तो 3000 टाइल का एरिया कितना आ जाएगा, खेत्रफल कितना आ जाएगा। इसनों आपां 3000 दे नाल गुणा कर देनी है जी, 675 नूं आपां 3000 दे नाल की कर देना है मल्टीप्लाई कर देना है। तो इस नूं अपने को आ जाएगा जी सेंटीमीटर स्क्वेयर दे विच, बट आपां नूं जो आंसर है वो लेके आना है मीटर स्क्वेयर दे विच। तो इसनूं आपां की कर देना है 10,000 दे नाल सुन आपां इसनूं की कर देना है डिवाइड कर देना है जी। तो ये अपने को किस दे विच आ जाएगा मीटर स्क्वेयर दे विच, ये मीटर स्क्वेयर दे विच आ जाएगा जी। देखो हुण देखो अपने को जीरोज़ दे नाल जीरो कैंसल हो रही हैं, ये देखो 3 जीरोज़ दे नाल 3 जीरोज़ कैंसल हो जाएगियाँ। तो इस नूं अपने को मल्टीप्लाई करके देखो 675 नूं 3 दे नाल मल्टीप्लाई करांगे तो ये आ जाएगा 2025।
ਤੇ ਨੀਚੇ ਸਟੂਡੈਂਟ ਆਪਣੇ ਕੋਲ 10 ਬਚ ਗਿਆ ਹੈ। ਇਹ ਆਪਣੇ ਕੋਲ ਸਟੂਡੈਂਟ ਆਪਣੇ ਕੋਲ ਮੀਟਰ ਸਕੁਏਅਰ ਵਿੱਚ ਆਂਸਰ ਆ ਗਿਆ ਹੈ ਜੀ। ਇਹ 3000 ਟਾਈਲਸ ਦਾ ਸਟੂਡੈਂਟ ਆਪਣੇ ਕੋਲ ਏਰੀਆ ਆ ਗਿਆ ਹੈ ਜੀ ਮੀਟਰ ਸਕੁਏਅਰ ਦੇ ਵਿੱਚ। ਹੁਣ ਆਪਾਂ ਕੱਢਣੀ ਹੈ ਕਾਸਟ ਪੋਲਿਸ਼ਿੰਗ ਦੀ, ਤੇ ਪਹਿਲਾਂ ਤੁਸੀਂ ਇੰਨਾ ਕੁਐਸਚਨ ਇਸ ਦਾ ਨੋਟ ਕਰ ਲਓ। 3000 ਟਾਈਲ ਦਾ ਆਪਣੇ ਕੋਲ ਏਰੀਆ ਆ ਚੁੱਕਾ ਹੈ ਜੀ। ਤੇ ਹੁਣ ਸਟੂਡੈਂਟ ਆਪਾਂ ਪਤਾ ਕਰਨਾ ਹੈ ਜੀ ਫਰਸ਼ ਨੂੰ ਪਾਲਿਸ਼ ਕਰਨ ਦਾ ਖਰਚਾ, ਤੇ ਉਹ ਕਿੰਨਾ ਹੈ ਦਿੱਤਾ ਹੋਇਆ ਆਪਾਂ ਨੂੰ 4 ਰੁਪਏ ਪਰ ਮੀਟਰ ਸਕੁਏਅਰ। ਤੇ ਜਿੰਨਾ ਆਪਣੇ ਕੋਲ ਮੀਟਰ ਸਕੁਏਅਰ ਦੇ ਵਿੱਚ ਆਂਸਰ ਆਇਆ ਹੈ ਉਸ ਨੂੰ ਆਪਾਂ 4 ਦੇ ਨਾਲ ਗੁਣਾ ਕਰ ਦੇਣਾ ਹੈ, 4 ਦੇ ਨਾਲ ਮਲਟੀਪਲਾਈ ਕਰ ਦੇਣਾ ਹੈ, ਤੇ ਆਪਣੇ ਕੋਲ ਟੋਟਲ ਕਾਸਟ ਆਫ ਪੋਲਿਸ਼ਿੰਗ ਦਾ ਫਲੋਰ, ਫਰਸ਼ ਨੂੰ ਪਾਲਿਸ਼ ਕਰਨ ਦਾ ਆਪਣੇ ਕੋਲ ਖਰਚਾ ਆ ਜਾਏਗਾ ਜੀ। ਇਸ ਨੂੰ ਆਪਾਂ 4 ਰੁਪਏ ਦੇ ਨਾਲ ਗੁਣਾ ਕਰ ਦੇਣਾ ਹੈ ਜੀ। ਤੇ ਇਹ ਦੇਖੋ ਹੁਣ ਇਸ ਦੀ ਆਪਣੇ ਕੋਲ ਕਟਿੰਗ ਹੋ ਰਹੀ ਹੈ, ਕਟਿੰਗ ਕਰ ਦੇਣੀ ਹੈ। 2 ਦੇ ਪਹਾੜੇ ਵਿੱਚ ਦੇਖੋ 2 ਦੂਣੀ 4, 2 5 10, ਫਿਰ 5 ਦੀ ਸਟੂਡੈਂਟ ਕਟਿੰਗ ਕਰ ਦੇਣੀ ਹੈ ਆਪਾਂ 2025 ਜੋ ਹੈ ਉਹ 5 ਦੇ ਪਹਾੜੇ ਵਿੱਚ ਆ ਜਾਏਗਾ, 405 ਦੇ ਕੱਟਿਆ ਜਾਏਗਾ ਜੀ। ਇਹਨੂੰ ਤੁਸੀਂ ਡਿਵਾਈਡ ਕਰਕੇ ਵੀ ਦੇਖ ਸਕਦੇ ਹੋ। ਹੁਣ ਆਪਣਾ ਆ ਗਿਆ ਆਪਣੇ ਕੋਲ 405 ਗੁਣਾ 2, ਤੇ ਇਹਨਾਂ ਨੂੰ ਗੁਣਾ ਕਰਕੇ ਮਲਟੀਪਲਾਈ ਕਰਕੇ ਸਟੂਡੈਂਟ ਆਪਣੇ ਕੋਲ ਆ ਜਾਏਗਾ 810। ਇਟ ਮੀਨ ਜੋ ਫਰਸ਼ ਹੈ ਉਸ ਨੂੰ ਪੋਲਿਸ਼ ਕਰਨ ਦਾ ਆਪਣੇ ਕੋਲ ਟੋਟਲ ਖਰਚਾ ਕਿੰਨਾ ਆ ਜਾਏਗਾ 810 ਰੁਪਏ ਆ ਜਾਏਗਾ ਜੀ।